ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਬਿਸੁਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਸੁਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ। ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ। ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਸਾਨੂੰ ਮੁਖਵਾਕ ਬਖਸ਼ਿਸ਼ ਕੀਤੇ ਹਨ, ਜਿਸ ਦੀ ਵਿਚਾਰ ਆਪ ਜੀ ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਤਾ ਪ੍ਰਤੀ ਜੁੜ ਬੈਠ ਕੇ ਸਰਵਣ ਕਰਦੇ ਹੋ। ਇਹ ਅੰਮ੍ਰਿਤਮਈ ਬਚਨ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 694 ਤੇ ਸ਼ੋਭਨੀਕ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਹੀ ਅਦਬ ਸਤਿਕਾਰ ਸਹਿਤ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੰਕਿਤ ਕਰਵਾਇਆ ਔਰ ਸਿਰਲੇਖ ਵੀ ਬੜਾ ਸਤਿਕਾਰਯੋਗ ਵਰਤਿਆ ਧਨਾਸਰੀ ਭਗਤ ਰਵਿਦਾਸ ਜੀ ਕੀ। ਆਓ ਸਾਰੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਇੱਕ ਵਾਰ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਗੁਰੂ ਫਤਿਹ ਸਾਰੇ ਬੁਲਾਵੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗ ਅੰਦਰ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ, ਇਹ ਪਵਿੱਤਰ ਗੁਰ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸੰਖੇਪ ਦੇ ਵਿੱਚ ਮੰਗਲ ਹੈ, ਕਿਉਂਕਿ ਹਰ ਲਿਖਾਰੀ, ਹਰ ਕਵੀ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ ਹੈ। ਪ੍ਰਭੂ ਭਗਤਾਂ ਦਾ, ਸਤਿਗੁਰੂ ਜੀ ਦਾ ਜੋ ਇਸ਼ਟ ਦੇਵ ਹੈ ਉਹ ਅਕਾਲ ਪੁਰਖ ਹੈ। ਇਸ ਲਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਮੰਗਲ ਕੀਤਾ, ਕਿਉਂਕਿ ਉਹੀ ਉਹ ਵਿਦਿਆ ਦਾ ਦਾਤਾ ਹੈ, ਉਹੀ ਕਲਮ ਦੇ ਵਿੱਚ ਸ਼ਕਤੀ ਦੇਣ ਵਾਲਾ ਹੈ, ਉਹੀ ਉਹ ਮਿਹਰ ਭਰਿਆ ਹੱਥ ਰੱਖ ਕੇ ਉਚਾਰਨ ਕਰਵਾਉਣ ਵਾਲਾ, ਲਿਖਵਾਉਣ ਵਾਲਾ ਹੈ। ਇੱਕ ਓੰਕਾਰ ਦਾ ਅਰਥ ਹੈ ਪ੍ਰਮਾਤਮਾ ਇੱਕ ਹੈ। ਓੰਗ ਉਹ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੇ ਪ੍ਰਸਾਦ ਭਾਵ ਗੁਰੂ ਕਿਰਪਾ ਸਦਕਾ ਹੀ ਪ੍ਰਾਪਤ ਹੁੰਦਾ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਜਿੱਥੇ ਭਗਤ ਰਵਿਦਾਸ ਜੀ ਨੇ ਸ਼ਬਦ ਦੇ ਆਰੰਭ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਹੇ ਪ੍ਰਭੂ, ਸਾਡੇ ਵਰਗਾ ਕੋਈ ਦੀਨ ਨਿਮਾਣਾ ਗਰੀਬ ਕੰਗਾਲ ਨਹੀਂ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਉੱਥੇ ਰਹਾਉ ਵਾਲਾ ਜਿਹੜਾ ਬੰਦ ਹੈ, ਜੋ ਸ਼ਬਦ ਦਾ ਅੰਤਰੀਪ ਭਾਵ ਹੋਇਆ ਕਰਦਾ ਹੈ, ਉਹਦੇ ਵਿੱਚ ਭਗਤ ਰਵਿਦਾਸ ਜੀ ਪਰਮਾਤਮਾ ਤੋਂ ਬਲਹਾਰ ਜਾ ਰਹੇ ਨੇ, ਪਰਮਾਤਮਾ ਤੋਂ ਆਪਣਾ ਆਪ ਕੁਰਬਾਨ ਕਰ ਰਹੇ ਨੇ, ਘੋਲ ਘੁਮਾ ਰਹੇ ਨੇ, ਕਿਉਂਕਿ ਪਰਮਾਤਮਾ ਦੀਆਂ ਸਾਰੀਆਂ ਬਖਸ਼ਿਸ਼ਾਂ ਨੇ। ਬਲ ਤਿਸ ਬਾਪੈ ਜਿਨ ਹਉ ਜਾਇਆ। ਬਲਹਾਰ ਜਾਈਏ ਉਸ ਬਾਪੂ ਤੋਂ, ਉਸ ਅਕਾਲ ਪੁਰਖ ਵਾਹਿਗੁਰੂ ਤੋਂ, ਜਿਹਦੇ ਸਿਰਜੇ ਹੋਏ ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ, ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਵਰਤ ਰਹੇ ਹਾਂ, ਜੋ ਸਾਡਾ ਸਿਰਜਣਹਾਰ ਹੈ, ਜੋ ਪ੍ਰਤਪਾਲਕ ਹੈ। ਇੱਕ ਦੋ ਵਾਰ ਨਹੀਂ, ਬਾਰ ਨੇ ਬਲਹਾਰ ਨੇ ਲੱਖ ਬਰੀਆ, ਲੱਖਾਂ ਵਾਰ, ਅਨੇਕਾਂ ਵਾਰ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਬਲਹਾਰ ਕਰੀਏ, ਕੁਰਬਾਨ ਕਰੀਏ, ਕਿਉਂਕਿ ਉਹਦੇ ਬੇਅੰਤ ਪਰ ਉਪਕਾਰ ਨੇ ਸਾਡੇ ਤੇ। ਭਗਤ ਰਵਿਦਾਸ ਜੀ ਜ਼ਿਕਰ ਕਰ ਰਹੇ ਨੇ, ਹਉ ਬਲ ਬਲ ਜਾਉ ਰਮਈਆ ਕਾਰਨੇ। ਰਮਈਆ ਦਾ ਅਰਥ ਹੈ ਜਿਹੜਾ ਸੋਹਣਾ ਪ੍ਰਮਾਤਮਾ ਸੰਸਾਰ ਵਿੱਚ ਰਮਿਆ ਹੋਇਆ ਹੈ। ਪ੍ਰਭੂ ਭਗਤਾਂ ਨੇ ਪਰਮਾਤਮਾ ਲਈ ਅਨੇਕਾਂ ਕਿਰਤਮ ਨਾਮ ਵਰਤੇ ਨੇ। ਉਹਨਾਂ ਵਿੱਚੋਂ ਇੱਕ ਇਹ ਵੀ ਹੈ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਉਵੇਂ ਪਰਮਾਤਮਾ ਅਨਾਮ ਹੈ, ਕਿਸੇ ਵੀ ਨਾਮ ਦੇ ਅਧੀਨ ਉਹ ਨਹੀਂ ਹੈ, ਔਰ ਏਡਾ ਵੱਡਾ ਉਹਦਾ ਨਾਮ ਹੈ ਕਿ ਦੁਨੀਆ ਦੇ ਕਿਸੇ ਨਾਮ ਨਾਲ ਵੀ ਅਸੀਂ ਪੁਕਾਰ ਕੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹਦਾ ਪੂਰਾ ਨਾਮ ਵਰਣਨ ਕਰ ਦਿੱਤਾ ਹੈ। ਜਿਵੇਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੱਲ ਨੂੰ ਪ੍ਰਕਾਸ਼ ਗੁਰਪੁਰਬ ਹੈ, ਉਹਨਾਂ ਦੇ ਵੀ ਬਚਨ ਅਸੀਂ ਜਾਪ ਸਾਹਿਬ ਦੇ ਆਰੰਭ ਵਿੱਚ ਪੜ੍ਹਦੇ ਹਾਂ। ਤਵ ਸਰਬ ਨਾਮ ਕਥੈ ਕਵਨ। ਕਿਹੜਾ ਮਾਈ ਦਾ ਲਾਲ ਹੈ ਜਿਹੜਾ ਤੇਰਾ ਪੂਰਾ ਨਾਮ ਕਥ ਸਕੇ, ਤੇਰੇ ਪੂਰੇ ਨਾਮ ਦੀ ਵਿਆਖਿਆ ਕਰ ਸਕੇ, ਤੇਰੇ ਪੂਰੇ ਨਾਮ ਨੂੰ ਕਹਿ ਸਕੇ, ਕਿਉਂਕਿ ਅਨਾਮ ਹੈ। ਦੁਨੀਆ ਦੇ ਸਾਰੇ ਨਾਂ ਵਰਤ ਕੇ ਵੀ ਕਹੀਏ, ਬਹੁਤ ਉਪਮਾ ਥੋਰ ਕਹੀ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਹਾਂ, ਤੁਲਨਾ ਦਿੱਤੀ ਜਾ ਸਕਦੀ ਹੈ, ਕਿਰਤਮ ਨਾਮ ਵਰਤੇ ਜਾ ਸਕਦੇ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਹਿਜ਼ ਨੇਮ ਇਜ਼ ਟਰੂ, ਉਹਦਾ ਨਾਮ ਸਦਾ ਹੋਂਦ ਵਾਲਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਜਿੱਡਾ ਵੱਡਾ ਉਹ ਆਪ ਹੈ, ਓਡਾ ਵੱਡਾ ਹੀ ਉਹਦਾ ਨਾਮਣਾ ਹੈ। ਇਹੀ ਕਾਰਨ ਕਿ ਵਾਹਿਗੁਰੂ ਇਵੇਂ ਨਹੀਂ ਹੈ ਜਿਵੇਂ ਕਿਸੇ ਦਾ ਨਾਮ ਵਾਹਿਗੁਰੂ ਸਿੰਘ ਹੋਵੇ। ਸਤਨਾਮ ਇਵੇਂ ਨਹੀਂ ਵੀ ਜਿਵੇਂ ਕਿਸੇ ਦਾ ਨਾਮ ਸਤਨਾਮ ਸਿੰਘ ਹੋਵੇ। ਸਤਨਾਮ ਦਾ ਅਰਥ ਹੈ ਕਿ ਉਹਦਾ ਨਾਮ ਸਦਾ ਸਤ ਹੈ, ਹੋਂਦ ਵਾਲਾ ਹੈ।
ਵਾਹਿਗੁਰੂ ਦਾ ਮਤਲਬ ਵੀ ਇਹੀ ਹੈ ਵੀ ਗੁਰੂ ਅਕਾਲ ਪੁਰਖ, ਤੇ ਉਹਨੂੰ ਵਾਹ ਕਹਿਣਾ ਚਾਹੀਦਾ ਵੀ ਜਿੱਥੇ ਉਹਨੂੰ ਗੋਪਾਲ ਵੀ ਕਹਿ ਲਿਆ, ਰਮਈਆ ਵੀ ਕਹਿ ਲਿਆ, ਦਮੋਦਰ ਵੀ ਕਹਿ ਲਿਆ, ਗੋਬਿੰਦ ਵੀ ਕਹਿ ਲਿਆ, ਦਿਆਲ ਵੀ ਕਹਿ ਲਿਆ, ਸਾਰੇ ਨਾਮ ਉਹਦੇ ਵਰਤ ਲਏ ਤੇ ਅਖੀਰ ਤੇ ਫਿਰ ਵਾਹ ਗੁਰੂ, ਹੇ ਅਕਾਲ ਪੁਰਖ ਤੂੰ ਵਾਹ। ਕਿਉਂਕਿ ਇਹ ਵਾਹ ਜਿਹੜਾ ਹੈ ਇਹ ਅਚਰਜ ਹੈ, ਜਿੱਥੇ ਜਾ ਕੇ ਸਾਰਾ ਕੁਝ ਕਹਿ ਲਈਏ ਤੇ ਫਿਰ ਅਖੀਰ ਤੇ ਉਹਦੀ ਅੰਦਰੋਂ ਜਿਹੜੀ ਸਿਫਤ ਹੈ ਉਹ ਵਾਹ ਵਾਹ ਦੇ ਨਾਲ ਉਚਾਰਨ ਹੁੰਦੀ ਹੈ। ਸਾਹਿਬ ਜੀ ਨੇ ਸਪਸ਼ਟ ਕੀਤਾ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਸੋਹਣੀ ਮਤ ਵਾਲਿਆਂ ਨੇ ਤੇਰੇ ਕਰਮ ਨਾਮ, ਤੇਰੇ ਕਿਰਤ ਨਾਮ, ਜਿਹੋ ਜਿਹਾ ਤੇਰਾ ਗੁਣ ਵੇਖਿਆ ਉਹੋ ਜਿਹਾ ਤੇਰਾ ਨਾਮ ਰੱਖ ਦਿੱਤਾ। ਰਮਈਏ ਦਾ ਅਰਥ ਹੈ ਕਿ ਉਹ ਰਮਿਆ ਹੋਇਆ ਸੰਸਾਰ ਵਿੱਚ। ਇਸ ਕਰਕੇ ਭਗਤ ਰਵਿਦਾਸ ਜੀ ਉਸ ਪ੍ਰਭੂ ਤੋਂ, ਸੋਹਣੇ ਰਮੇ ਹੋਏ ਪ੍ਰਮਾਤਮਾ ਤੋਂ ਬਲਹਾਰ ਜਾ ਰਹੇ ਨੇ। ਹਉ ਬਲ ਬਲ ਜਾਉ ਰਮਈਆ ਕਾਰ ਨੇ। ਉਸ ਰਮੇ ਹੋਏ ਪ੍ਰਭੂ ਤੋਂ ਮੈਂ ਸਦਾ ਬਲਹਾਰ ਜਾਵਾਂ, ਤੇ ਨਾਲੇ ਸਾਡੇ ਜੀਵਾਂ ਦੀ ਅਰਜ਼ੋਈ ਕਰ ਰਹੇ ਨੇ ਕਿ ਇਹ ਪ੍ਰਭੂ, ਇਹ ਜੀਵ ਤੁਹਾਡੋਂ ਸੰਸਾਰ ਵਿੱਚ ਵਿਛੜ ਕੇ ਬਿਲਕੁਲ ਆਪਣਾ ਸੰਬੰਧ ਤੁਹਾਡੇ ਨਾਲੋਂ ਤੋੜ ਚੁੱਕੇ ਨੇ, ਤੇ ਤੁਹਾਡੇ ਨਾਲੋਂ ਟੁੱਟਿਆ ਹੋਇਆ ਸੰਬੰਧ ਜਦੋਂ ਤੱਕ ਜੁੜਦਾ ਨਹੀਂ ਹੈ ਉਦੋਂ ਤੱਕ ਸਾਡੇ ਜੀਵਾਂ ਦਾ ਕਿਵੇਂ ਸਰ ਸਕਦਾ ਹੈ। ਕਾਰਨ ਕਵਨ ਅਬੋਲ, ਸਾਨੂੰ ਇਹ ਕਾਰਨ ਦੱਸ ਵੀ ਕਿਹੜੀ ਸਾਡੇ ਤੋਂ ਕੋਈ ਗਲਤੀ ਹੋ ਗਈ, ਭੁੱਲ ਹੋ ਗਈ ਕਿ ਤੁਸੀਂ ਸਾਡੇ ਨਾਲ ਬੋਲਦੇ ਨਹੀਂ। ਅਬੋਲ, ਤੁਸੀਂ ਚੁੱਪ ਧਾਰਨ ਕੀਤੀ ਹੋਈ ਹੈ। ਤੇ ਫਿਰ ਆਪ ਹੀ ਪਾਵਨ ਬਾਣੀ ਦੇ ਵਿੱਚ ਸਪਸ਼ਟ ਕੀਤਾ ਵੀ ਸਾਡੇ ਤੇ ਤੁਹਾਡੇ ਵਿੱਚ ਅੰਤਰ ਕੋਈ ਨਹੀਂ। ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੇ ਪ੍ਰਭੂ, ਸਾਡੇ ਤੇ ਤੇਰੇ ਵਿੱਚ ਦੂਰੀ ਕੋਈ ਨਹੀਂ, ਭਿੰਨਤਾ ਕੋਈ ਨਹੀਂ, ਅੰਤਰ ਕੋਈ ਨਹੀਂ। ਇੰਨਾ ਕੁ ਅੰਤਰ ਹੈ ਜਿਵੇਂ ਸੋਨੇ ਤੇ ਸੋਨੇ ਦੇ ਕੜੇ ਵਿੱਚ, ਪਾਣੀ ਤੇ ਪਾਣੀ ਦੀਆਂ ਤਰੰਗਾਂ ਵਿੱਚ। ਪਰ ਅਸਲ ਵਿੱਚ ਸੋਨੇ ਦਾ ਕੜਾ ਵੀ ਤੇ ਸੋਨਾ ਹੀ ਹੈ, ਪਾਣੀ ਦੀਆਂ ਤਰੰਗਾਂ ਜਿਹੜੀਆਂ ਉਹ ਵੀ ਤਾਂ ਅਸਲ ਵਿੱਚ ਪਾਣੀ ਨੇ। ਇਹ ਜੀਵ ਵੀ ਤਾਂ ਅਸਲ, ਹੇ ਪ੍ਰਭੂ, ਤੁਹਾਡੀ ਹੀ ਅੰਸ਼ ਹੈ, ਤੁਹਾਡਾ ਹੀ ਸਿਰਜਿਆ ਹੋਇਆ ਹੈ। ਠੀਕ ਹੈ, ਅਸੀਂ ਜੀਵ ਬਹੁਤ ਗੁਸਤਾਖੀ, ਬਹੁਤ ਅਸੀਂ ਕਈ ਵਾਰ ਔਗਣਾਂ ਨਾਲ ਭਰੇ ਕਈ ਤਰ੍ਹਾਂ ਦੀਆਂ ਭੁੱਲਾਂ, ਕਈ ਤਰ੍ਹਾਂ ਦੇ ਪਾਪ ਕਰਦੇ ਹਾਂ। ਪਰ ਇੱਕ ਗੱਲ ਦੱਸੋ, ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਜੇ ਅਸੀਂ ਪਾਪ ਨਾ ਕਰਦੇ, ਜੇ ਅਸੀਂ ਔਗਣ ਭੁੱਲਾਂ ਨਾ ਕਰਦੇ, ਤੇ ਤੁਹਾਨੂੰ ਪਤਤ ਪਾਵਨ, ਤੁਹਾਨੂੰ ਬਖਸ਼ਣਹਾਰ ਕਿਹਨੇ ਕਹਿਣਾ ਸੀ। ਇਸ ਕਰਕੇ ਤੁਸੀਂ ਹੁਣ ਸਾਡੇ ਔਗਣਾਂ ਵੱਲ, ਸਾਡੀਆਂ ਭੁੱਲਾਂ ਵੱਲ, ਸਾਡੇ ਪਾਪਾਂ ਵੱਲ ਨਾ ਵੇਖਿਓ, ਕਿਉਂਕਿ ਜੇ ਇਹ ਪਰਤਾਵਾ ਤੁਸੀਂ ਲੈਣ ਲੱਗ ਪਏ ਤੇ ਸੱਚਮੁੱਚ ਅਸੀਂ ਤੁਹਾਡੇ ਸਾਹਮਣੇ ਤੁੱਛ ਹਾਂ। ਕਿਉਂਕਿ ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਵੀ ਜੇ ਕੋਈ ਬੰਦਾ ਕਵੇ ਮੈਂ ਮਿੱਟੀ ਨੂੰ ਧੋ ਕੇ ਸਾਫ਼ ਕਰਨਾ, ਤੇ ਮਿੱਟੀ ਨੂੰ ਧੋਂਦਿਆਂ ਧੋਂਦਿਆਂ ਮਿੱਟੀ ਖਤਮ ਹੋ ਜਾਣੀ ਹੈ। ਮਿੱਟੀ ਕਦੇ ਸਾਫ਼ ਹੁੰਦੀ ਹੈ? ਸਾਡੀ ਹਾਲਤ ਇਸ ਤਰ੍ਹਾਂ ਦੀ ਹੈ। ਇਸ ਕਰਕੇ ਇਹੀ ਕਹਿਣਾ ਬਣਦਾ ਹੈ ਕਿ ਹੇ ਪ੍ਰਭੂ, ਤੁਸੀਂ ਸਾਗਰ ਹੋ, ਅਸੀਂ ਬੂੰਦ ਹਾਂ। ਤੁਸੀਂ ਬਹੁਤ ਵੱਡੇ ਪਰਬਤ ਹੋ, ਅਸੀਂ ਨਿੱਕੇ ਜਿਹੇ ਮਿੱਟੀ ਦੇ ਰੇਤ ਦੇ ਕਣ ਹਾਂ। ਹੇ ਪ੍ਰਭੂ, ਤੁਸੀਂ ਬਹੁਤ ਵੱਡੇ ਚਮਕਦੇ ਸੂਰਜ ਹੋ, ਅਸੀਂ ਨਿੱਕੀ ਜੀ ਕਿਰਨ ਹਾਂ। ਸਾਡਾ ਤੁਹਾਡੇ ਨਾਲ ਕਿਵੇਂ ਮੇਲ ਹੋ ਸਕਦਾ? ਕਿਵੇਂ ਅਸੀਂ ਤੁਹਾਡੇ ਬਰਾਬਰ ਸਾਡੀ ਬਣ ਆ ਸਕਦੀ ਹੈ? ਇਹ ਪਰਤਾਵਾ ਲੈਣ ਦੀ ਲੋੜ ਨਹੀਂ। ਅਸੀਂ ਭੁੱਲਣਹਾਰ ਹਾਂ, ਤੁਸੀਂ ਬਖਸ਼ੰਦ ਹੋ। ਇਹੀ ਕਾਰਨ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਤੇ ਸਿਫਤ ਸਲਾਹ ਕਰਨ ਲੱਗਿਆਂ ਆਖਦੇ ਨੇ, ਹੇ ਪ੍ਰਭੂ, ਇਹ ਤਾਂ ਅਸੀਂ ਇੰਨੀ ਕੁ ਸਿਫਤ ਕੀਤੀ ਆ ਵੀ ਜਿਵੇਂ ਕੋਈ ਹੋਵੇ ਸੁਲਤਾਨ ਤੇ ਉਹਨੂੰ ਕੇਵਲ ਮੀਆਂ ਮੀਆਂ ਆਖਿਆ ਹੋਵੇ। ਹੁਣ ਕਿੱਡੀ ਵੱਡੀ ਸਿਫਤ ਸਲਾਹ ਕਿ ਦਿਨੇ ਰਾਤ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਗੁਣ ਗਾਉਂਦੇ ਨੇ, ਪਰ ਇਹ ਸਪਸ਼ਟ ਕਰਦੇ ਨੇ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਨੇ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਪਰ ਜਦੋਂ ਪ੍ਰਮਾਤਮਾ ਨੂੰ ਸੰਬੋਧਨ ਕਰਦੇ ਨੇ
ਤੇ ਪ੍ਰਤੱਖ ਹਰ ਹੁੰਦਿਆਂ ਵੀ ਆਖਦੇ ਨੇ ਹਮ ਮੈਲੇ ਤੁਮ ਉਜਲ ਕਰਤੇ। ਇਹ ਹੈ ਧਰਮ, ਕਿ ਆਪਣੇ ਆਪ ਨੂੰ ਔਗਣਾ ਨਾਲ, ਆਪਣੇ ਆਪ ਨੂੰ ਮੈਲ ਨਾਲ, ਆਪਣੇ ਆਪ ਨੂੰ ਪਾਪੀ ਨਾਲ ਤਸ਼ਬੀਹ ਦੇਣੀ ਤੇ ਪ੍ਰਮਾਤਮਾ ਨੂੰ ਪਤਿਤ ਪਾਵਨ ਕਹਿਣਾ, ਉਜਲ ਕਹਿਣਾ, ਬਖਸ਼ੰਦ ਕਹਿਣਾ। ਤੇ ਜੇ ਕੋਈ ਕਵੇ ਵੀ ਮੈਂ ਹੁਣ ਖੁਦ ਹੀ ਪ੍ਰਮਾਤਮਾ ਹਾਂ, ਮੈਂ ਹੁਣ ਖੁਦ ਹੀ ਲੋਕਾਂ ਦੇ ਗੁਨਾਹ ਬਖਸ਼ਣ ਵਾਲਾ ਹਾਂ, ਇਹ ਧਰਮ ਨਹੀਂ ਹੈ, ਇਹ ਇੱਕ ਭਰਮ ਹੈ। ਗਰੀਬ ਨਵਾਜ ਨੇ ਕਿਰਪਾ ਕੀਤੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਆਪ ਨੂੰ ਪ੍ਰਮਾਤਮਾ ਦੇ ਸਾਹਮਣੇ ਐਵੇਂ ਬਿਆਨ ਕਰਦੇ ਨੇ, ਹਮ ਮੈਲੇ ਤੁਮ ਉਜਲ ਕਰਤੇ। ਅੱਜ ਅਸੀਂ ਕਹਿੰਦੇ ਹਾਂ ਕਿ ਸਾਡੀ ਅਰਦਾਸ ਕਿਉਂ ਨਹੀਂ ਮਾਲਕ ਸੁਣਦਾ, ਕਿਉਂ ਨਹੀਂ ਪੂਰੀ ਕਰਦਾ? ਕਿਉਂਕਿ ਅਸੀਂ ਜਦੋਂ ਮਾਲਕ ਦੇ ਦਰ ਤੇ ਆਉਂਦੇ ਹਾਂ, ਨਿਰਮਾਣਤਾ ਨਾਲ ਨਹੀਂ ਆਉਂਦੇ। ਅਸੀਂ ਆਪਣਾ ਹੰਕਾਰ ਨਾਲ ਲੈ ਕੇ ਆਉਂਦੇ ਹਾਂ, ਅਸੀਂ ਆਪਣਾ ਧਨਾੜਪੁਣਾ ਨਾਲ ਲੈ ਕੇ ਆਉਂਦੇ ਹਾਂ। ਜੇ ਕਿਤੇ ਅਰਦਾਸੀਆ ਸਿੰਘ ਅਰਦਾਸ ਵਿੱਚ ਨਾਂ ਲੈਣਾ ਭੁੱਲ ਜਾਵੇ ਤੇ ਵੇਖੋ ਸਾਡੇ ਹੰਕਾਰ ਨੂੰ ਕਿੱਡੀ ਵੱਡੀ ਠੇਸ ਲੱਗਦੀ ਹੈ। ਕਈ ਵਾਰ ਤਾਂ ਉਨੀ ਅਰਦਾਸ ਦੇ ਅੱਖਰ ਲੰਮੇ ਨਹੀਂ ਹੁੰਦੇ ਜਿੰਨੀ ਲਿਸਟ ਬਣ ਜਾਂਦੀ ਆ ਵੀ ਫਲਾਣੇ ਨੇ ਪੱਖਾ, ਫਲਾਣੇ ਨੇ ਇੰਨੀ ਮਾਇਆ, ਫਲਾਣੇ ਨੇ ਇੰਨੀਆਂ ਬੋਰੀਆਂ। ਪਰ ਜਦੋਂ ਗੁਰੂ ਦਰ ਤੇ ਆਉਣਾ ਉਦੋਂ ਅਰਦਾਸ ਤਾਂ ਇਹ ਕਰਨੀ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੋ ਦਾਰਾ ਸਿਉ ਪ੍ਰੀਤ ਲਗਾਈ। ਇੱਥੇ ਆ ਕੇ ਕਹਿਣਾ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਸਰਬ ਕਲਾ ਸਮਰੱਥ ਨੇ, ਪਰ ਪ੍ਰਮਾਤਮਾ ਨੂੰ ਕਹਿ ਰਹੇ ਨੇ ਕਿ ਤੁਸੀਂ ਸਰਬ ਕਲਾ ਦੇ ਗਿਆਤਾ ਹੋ, ਅਸੀਂ ਅਗਿਆਨੀ ਹਾਂ। ਅਸੀਂ ਇਹ ਪ੍ਰਭੂ ਤੁਹਾਡੇ ਸਾਹਮਣੇ ਬਿਲਕੁਲ ਮੈਲੇ ਕੁਚੈਲੇ ਜੀਵਨ ਵਾਲੇ ਹਾਂ। ਔਰ ਸਤਿਗੁਰਾਂ ਨੇ ਇੱਕ ਸੁਰ ਵਿੱਚ ਹੋ ਕੇ ਕਿਹਾ, ਇਹ ਨੀਚ ਕਰਮ ਪ੍ਰਭ ਮੇਰੇ। ਹੇ ਮੇਰੇ ਪ੍ਰਭੂ, ਸਾਡੇ ਇਹੋ ਜਿਹੇ ਨੀਵੇਂ ਕਰਮ ਨੇ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਨੇ, ਤੇ ਜਦੋਂ ਵੀ ਸਤਿਗੁਰੂ ਜਾਂ ਪਰਮੇਸ਼ਰ ਦੇ ਸਾਹਮਣੇ ਆਪਣੀ ਹੋਂਦ ਦਾ ਜ਼ਿਕਰ ਕਰਦੇ ਨੇ ਤੇ ਉੱਥੇ ਉਹਨਾਂ ਨੇ ਵੀ ਬੜੀ ਨਿਮਰਤਾ ਭਰੇ ਬੋਲ ਕਹੇ ਨੇ, ਤੋਸੋ ਨਾ ਨਾਥ ਅਨਾਥ ਨਾ ਮੋਸਰ। ਵੀ ਜੇ ਤੇਰੇ ਵਰਗਾ ਨਾਥ, ਤੇਰੇ ਵਰਗਾ ਮਾਲਕ ਲੱਭਣਾ ਹੋਵੇ ਤੇ ਨਹੀਂ ਲੱਭ ਸਕਦਾ। ਆ ਵੇਖੋ ਅਗਿਆਨੀ ਜੀਵ ਜੋਗੀਆਂ ਨੂੰ ਨਾਥ ਕਹੀ ਜਾਂਦੇ ਨੇ, ਪਰ ਸਾਹਿਬ ਨੇ ਜਪਜੀ ਸਾਹਿਬ ਵਿੱਚ ਕਿਹਾ ਨਹੀਂ, ਉਹ ਪ੍ਰਭੂ ਹੈ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ, ਉਹਦੇ ਨਾਲ ਅਸੀਂ ਜੁੜਨਾ ਹੈ, ਕਿਉਂਕਿ ਉਹਦੇ ਨਾਲ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ। ਆਪ ਨਾਥ ਨਾਥੀ ਸਭ ਜਾਕੀ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਉਹ ਪ੍ਰਭੂ ਜਿਹੜਾ ਹੈ ਉਹ ਅਸਲ ਵਿੱਚ ਨਾਥ ਹੈ ਸਾਰੇ ਸੰਸਾਰ ਦਾ, ਉਹਦੇ ਅੱਗੇ ਸਿਜਦਾ ਕਰਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਤੇਰੇ ਵਰਗਾ ਦਾਨੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਸਾਡੇ ਵਰਗਾ ਭਿਖਾਰੀ ਕੋਈ ਨਹੀਂ। ਸਤਿਗੁਰਾਂ ਸਮਰੱਥ ਹੁੰਦਿਆਂ ਵੀ ਇਹ ਪ੍ਰਵਾਨ ਕੀਤਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਤੇ ਜੇ ਸਤਿਗੁਰੂ ਕਹਿ ਰਹੇ ਨੇ ਕਿ ਇਹ ਅਕਾਲ ਪੁਰਖ ਤੁਸੀਂ ਦਾਤੇ ਹੋ, ਅਸੀਂ ਭਿਖਾਰੀ ਹਾਂ, ਤੇ ਸਿੱਖ ਕਿਵੇਂ ਦਾਨੀ ਹੋ ਗਿਆ? ਸਿੱਖ ਕਹਿੰਦਾ ਵੀ ਮੈਂ ਇੰਨਾ ਦਾਨ ਕੀਤਾ, ਨਹੀਂ। ਦਾਨ ਕਰਨ ਵਾਲਾ ਤੇ ਅਕਾਲ ਪੁਰਖ ਵਾਹਿਗੁਰੂ ਹੈ। ਅਸੀਂ ਤੇ ਇਹ ਕਹਿਣਾ ਕਿ ਅਸੀਂ ਸਾਰੇ ਤੇਰੇ ਦਰ ਤੇ ਜਾਚਕ ਹਾਂ, ਤੇਰੇ ਦਰ ਦੇ ਮੰਗਣ ਵਾਲੇ ਹਾਂ। ਤੇਰਾ ਦਿੱਤਾ ਹੋਇਆ ਤੈਨੂੰ ਅਸੀਂ ਕੀ ਅਰਪਣ ਕਰ ਸਕਦੇ? ਹੇ ਮਾਲਕ, ਇਹ ਸਭ ਕੁਝ ਤਾਂ ਤੇਰਾ ਦਿੱਤਾ ਹੋਇਆ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਪ੍ਰਭੂ ਭਗਤ ਆਖਦੇ ਨੇ, ਇਹ ਮਾਲਕ ਅਸੀਂ ਹੌਰੇ ਹਾਂ, ਤੁਸੀਂ ਗੌਰੇ ਹੋ। ਹੌਰੇ ਦਾ ਮਤਲਬ ਹੌਲੇ ਤੇ ਗੌਰੇ ਦਾ ਅਰਥ ਭਾਰੇ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਭਾਰੇ ਦਾ ਮਤਲਬ ਵੀ ਉਹ ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਰੱਖਣ ਵਾਲਾ ਹੈ। ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ।
ਉਹ ਪ੍ਰਭੂ ਜਿਹੜਾ ਹੈ ਉਹਦੇ ਬਾਰੇ ਕਿਹਾ ਕਿ ਤੁਸੀਂ ਗੌਰੇ ਹੋ, ਅਸੀਂ ਹੌਰੇ ਹਾਂ, ਤੁਸੀਂ ਪੂਰੇ ਹੋ, ਅਸੀਂ ਊਰੇ ਹਾਂ। ਤੇ ਕੇਵਲ ਇਹ ਬਚਨ ਕਹੇ ਹੀ ਨਹੀਂ, ਜਦੋਂ ਕਿਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਹਜ਼ੂਰ ਮੇਵੜਾ ਸਿੱਖ ਅਰਦਾਸ ਕਰਦਾ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ 4.5 ਟਕੇ ਅਰਦਾਸ ਭੇਟਾ ਦੇ ਦਿਆ ਕਰਦੇ ਸਨ। ਸਿੱਖਾਂ ਪੁੱਛਿਆ, ਪਾਤਸ਼ਾਹ ਇਹ 5 ਕਿਉਂ ਨਹੀਂ, 4.5 ਕਿਉਂ? ਤੇ ਗੁਰੂ ਅਰਜਨ ਦੇਵ ਮਹਾਰਾਜ ਕਿਹਾ ਕਰਦੇ ਸਨ 4 ਟਕੇ 4 ਪਾਤਸ਼ਾਹੀਆਂ ਦੇ ਤੇ ਅੱਧਾ ਟਕਾ ਸਾਡਾ। ਸਿੱਖ ਕਹਿਣ ਲੱਗੇ ਆਪ ਵੀ ਤਾਂ ਪਾਤਸ਼ਾਹੀ ਹੋ, ਆਪ ਵੀ ਤਾਂ ਪ੍ਰਤੱਖ ਹਰ ਹੋ। ਸਾਹਿਬ ਕਹਿਣ ਲੱਗੇ 4 ਪਾਤਸ਼ਾਹੀਆਂ ਹੋ ਚੁੱਕੀਆਂ ਨੇ, ਅਸੀਂ ਅਜੇ ਸਰੀਰ ਵਿੱਚ ਵਿਚਰ ਰਹੇ ਹਾਂ, ਤੇ ਜਦੋਂ ਤੱਕ ਸਰੀਰ ਵਿੱਚ ਵਿਚਰੀਏ ਉਦੋਂ ਤੱਕ ਪੂਰੇ ਹੋਣ ਦਾ ਕਦੇ ਦਾਵਾ ਨਹੀਂ ਕਰਨਾ ਚਾਹੀਦਾ। ਬਸ ਇਹ ਪੱਕਾ ਹੀ ਹੈ ਵੀ ਜਿਨ੍ਹਾਂ ਨੇ ਇਸ਼ਤਿਹਾਰ ਛਪਾਏ ਹੋਣ ਵੀ ਇਹ ਪੂਰਨ ਨੇ, ਇਹ ਸੱਚਮੁੱਚ ਪਹੁੰਚੇ ਹੋਏ ਨੇ, ਸਮਝ ਲੈਣਾ ਉਹਨਾਂ ਦੇ ਪੱਲੇ ਕੱਖ ਵੀ ਨਹੀਂ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਇਹ ਸਪਸ਼ਟ ਕਰ ਰਹੇ ਨੇ ਕਿ ਇਹ ਮਾਲਕ ਜਦੋਂ ਤੱਕ ਅਸੀਂ ਸਰੀਰ ਵਿੱਚ ਹਾਂ ਉਦੋਂ ਤੱਕ ਪੂਰੇ ਹੋਣ ਦਾ ਕੋਈ ਦਾਵਾ ਨਹੀਂ, ਕਿਉਂਕਿ ਪੂਰੇ ਤੁਸੀਂ ਹੋ ਤੇ ਅਸੀਂ ਤੁਹਾਡੀ ਇਬਾਦਤ ਕਰਨ ਵਾਲੇ ਹਾਂ, ਤੁਹਾਡੇ ਅਸੀਂ ਗੁਣ ਗਾਉਣ ਵਾਲੇ ਹਾਂ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਮਾਲਕ ਦੇ ਦਰ ਦਾ ਢਾਡੀ ਵੀ ਕਿਹਾ, ਸ਼ਾਇਰ ਵੀ ਕਿਹਾ, ਦਰ ਕੀਆਂ ਬਾਤਾਂ ਸ਼ਹਿ ਕੀਆਂ ਗੱਲਾਂ ਸੁਣਾਉਣ ਵਾਲਾ ਵੀ ਕਿਹਾ, ਤੇ ਸਾਨੂੰ ਵੀ ਸਿੱਖਿਆ ਦਿੱਤੀ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ, ਕਿ ਉਹਦੀਆਂ ਬਾਤਾਂ, ਉਹਦੀਆਂ ਸਿਫਤ ਸਲਾਹਾਂ, ਉਹਦੇ ਗੁਣ ਗਾਓ। ਉਹ ਸਮਰੱਥ ਹੈ, ਜੋ ਕੁਝ ਉਹ ਕਰ ਰਿਹਾ ਹੈ ਉਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ, ਸਾਡਾ ਕੋਈ ਦਾਵਾ ਨਹੀਂ। ਤੇ ਭਗਤ ਰਵਿਦਾਸ ਜੀ ਵੀ ਇਸੇ ਤਰ੍ਹਾਂ ਹੀ ਬੇਨਤੀ ਕਰ ਰਹੇ ਨੇ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਹੇ ਪ੍ਰਭੂ ਕੀ ਪ੍ਰਤਾਵਾ ਲਓਗੇ, ਅਸੀਂ ਕਿਵੇਂ ਤੁਹਾਡੀ ਬਰਾਬਰਤਾ ਕਰ ਸਕਦੇ ਹਾਂ ਵੀ ਸਾਡੇ ਵਰਗਾ ਦੀਨ ਕੰਗਾਲ ਗਰੀਬ ਸੰਸਾਰ ਵਿੱਚ ਹੋਰ ਕੋਈ ਨਹੀਂ, ਤੇ ਤੁਹਾਡੇ ਵਰਗਾ ਦਿਆਲੂ ਕਿਰਪਾਲੂ ਕੋਈ ਨਹੀਂ ਹੈ। ਅਬ ਪਤਿਆਰ ਕਿਆ ਕੀਜੈ। ਹੁਣ ਕੀ ਪ੍ਰਤਾਵਾ ਕਰਾਂਗੇ, ਭਾਵ ਕਿਵੇਂ ਅਸੀਂ ਤੁਹਾਡੇ ਤੁੱਲ ਪਹੁੰਚ ਸਕਦੇ ਹਾਂ, ਜਾਂ ਕਿਵੇਂ ਨਿਰਣਾ ਕਰਾਂਗੇ, ਤੋਲਿਆਂ ਅਸੀਂ ਕਿਵੇਂ ਪੂਰੇ ਹੋ ਸਕਦੇ ਹਾਂ। ਹਾਂ ਉਵੇਂ ਤਾਂ ਆਪਾਂ ਦਾਵਾ ਕਰ ਸਕਦੇ ਹਾਂ, ਸਭ ਕੋ ਆਪੇ ਪੂਰਾ ਹੋਵੇ ਘਟ ਨਾ ਕੋਈ ਆਖੈ, ਪਤ ਪਰਵਾਣਾ ਪਿਛੈ ਪਾਈਐ ਤਾਂ ਨਾਨਕ ਤੋਲਿਆਂ ਜਾਪੈ। ਕਹਿੰਦੇ ਪਤਾ ਤੇ ਉਦੋਂ ਲੱਗਦਾ ਜਦੋਂ ਇੱਕ ਪਾਸੇ ਵੱਟਾ ਪਾਇਆ ਹੋਵੇ, ਦੂਜੇ ਪਾਸੇ ਵਸਤੂ ਪਾਈ ਹੋਵੇ ਵੀ ਤੋਲ 'ਚ ਪੂਰੀ ਹੈ। ਉਵੇਂ ਹਰ ਕੋਈ ਕਹੀ ਜਾਂਦਾ ਮੈਂ ਪੂਰਾ ਹਾਂ, ਮੈਂ ਪੂਰਾ ਹਾਂ, ਪਰ ਪਤਾ ਤੇ ਉਦੋਂ ਹੀ ਲੱਗਦਾ ਜਦੋਂ ਤਕੜੀ ਦੇ ਵਿੱਚ ਤਰਾਜੂ ਵਿੱਚ ਪਾ ਕੇ ਤੋਲਿਆ ਜਾਵੇ। ਅਸੀਂ ਤੇਰੇ ਨਾਲ ਨਹੀਂ ਤੁੱਲ ਸਕਦੇ, ਤੇਰੇ ਤੁੱਲ ਅਸੀਂ ਨਹੀਂ ਹੋ ਸਕਦੇ, ਤੇਰੇ ਸਦਰਸ਼, ਤੇਰੇ ਵਰਗੇ, ਤੇਰੇ ਬਰਾਬਰ ਅਸੀਂ ਨਹੀਂ ਪਹੁੰਚ ਸਕਦੇ, ਕਿਉਂਕਿ ਸਾਡੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਹੁਣ ਇਹ ਪਰਤਾਵਾ ਅਸੀਂ ਕੀ ਭਾਵ ਕਰੀਏ ਕਿ ਤੁਸੀਂ ਕੀ ਸਾਡਾ ਪਰਤਾਵਾ ਕੀ ਨਿਰਣਾ ਕਰੋਗੇ। ਇਹ ਸਾਡੀ ਹਾਲਤ ਹੈ ਕਿ ਸਾਡੇ ਵਰਗਾ ਗਰੀਬ ਕੰਗਾਲ ਦੀਨ ਕੋਈ ਨਹੀਂ, ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੁਸੀਂ ਆਪਣੇ ਦਾਸ ਜਨ ਨੂੰ ਇਹ ਪੂਰਨ ਭਰੋਸਾ, ਪੂਰਨ ਸਿਦਕ ਵਿਸ਼ਵਾਸ ਦ੍ਰਿੜ ਕਰਵਾ ਦਿਓ ਕਿ ਅਸੀਂ ਤੁਹਾਡੇ ਬਚਨਾਂ ਨੂੰ, ਭਾਵ ਤੁਹਾਡੀਆਂ ਗੱਲਾਂ ਕਰਕੇ, ਤੁਹਾਡੀ ਸਿਫਤ ਸਲਾਹ ਕਰਕੇ ਸਾਡਾ ਜਿਹੜਾ ਮਨ ਹੈ ਉਹ ਤੁਹਾਡੀ ਸਿਫਤ ਸਲਾਹ ਦੇ ਬਚਨਾਂ ਵਿੱਚ, ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪੂਰਨ ਤੌਰ ਤੇ ਪਤੀਜ ਜਾਵੇ। ਕਿਉਂਕਿ ਉਵੇਂ ਪ੍ਰਭੂ ਦੇ ਤੁੱਲ ਅਸੀਂ ਨਹੀਂ ਪਹੁੰਚ ਸਕਦੇ, ਪਰ ਜਦੋਂ ਮਾਲਕ ਦੇ ਗੁਣ ਗਾਵਾਂਗੇ, ਗੁਣ ਕੈ ਗੁਣੀ ਸਮਾਵਣਿਆ, ਗੁਣ ਗਾ ਗਾ ਕੇ ਉਸ ਗੁਣੀ ਦੇ ਵਿੱਚ ਲੀਨ ਹੋ ਜਾਈਦਾ, ਉਹਦਾ ਰੂਪ ਬਣ ਜਾਈਦਾ। ਉਹਦੇ ਬਚਨਾਂ ਦੀ ਸਿਫਤ ਸਲਾਹ ਕਰਕੇ ਉਹਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਭਗਤਾਂ ਨੇ ਪਰਮਾਤਮਾ ਦੇ ਨਾਲ ਜੁੜ ਕੇ ਪ੍ਰੇਮਾ ਭਗਤੀ ਕੀਤੀ ਹੈ। ਉਹਨਾਂ ਨੇ ਇਹ ਪ੍ਰਵਾਨ ਕੀਤਾ ਕਿ ਹੇ ਮਾਲਕ, ਜਦੋਂ ਅਸੀਂ ਤੁਹਾਡੀ ਸਿਫਤ ਸਲਾਹ ਕਰਦੇ ਹਾਂ ਤੇ ਸਾਡਾ ਮਨ ਜਿਹੜਾ ਹੈ ਉਹ ਤੁਹਾਡੇ ਬਚਨਾਂ ਨਾਲ, ਤੁਹਾਡੇ ਨਾਲ ਜਦੋਂ ਅਸੀਂ ਗੱਲਾਂ ਕਰਦੇ ਹਾਂ ਤੇ ਫਿਰ ਪਤੀਜ ਜਾਂਦਾ ਹੈ,
ਤਾਂ ਹੀ ਭਗਤ ਰਵਿਦਾਸ ਜੀ ਨੇ ਇਹ ਨਿਰਣਾ ਦਿੱਤਾ ਹੈ ਨਾ ਵੀ ਕਾਰਨ ਕਵਨ ਅਬੋਲ, ਵੀ ਜੇ ਤੂੰ ਸਾਡੇ ਨਾਲ ਬੋਲੇ ਹੀ ਨਾ, ਸਾਡੇ ਨਾਲ ਗੱਲਾਂ ਹੀ ਨਾ ਕਰੇ, ਤੇ ਫਿਰ ਸਾਨੂੰ ਕਿਵੇਂ ਚੈਨ ਆ ਸਕਦਾ? ਅਸੀਂ ਤਾਂ ਤੁਹਾਡੇ ਬਚਨਾਂ ਨੂੰ ਗਾ ਕੇ, ਤੁਹਾਡੇ ਨਾਲ ਗੱਲਾਂ ਕਰਕੇ, ਤੁਹਾਡੇ ਨਾਲ ਆਪਣਾ ਮਨ ਜੋੜ ਕੇ ਇਵੇਂ ਆਪਣੇ ਮਨ ਨੂੰ ਸੰਤੁਸ਼ਟ ਕਰਨਾ। ਇਹ ਸੱਚੀ ਗੱਲ ਜੇ ਵੀ ਜਦੋਂ ਕਿਸੇ ਵੀ ਇਕਾਂਤ ਵਿੱਚ, ਇਕਾਗਰਤਾ ਦੇ ਵਿੱਚ ਅਸੀਂ ਬਿਨਾਂ ਬੋਲਿਆਂ ਵੀ ਅੰਦਰ ਦੇ ਭਾਵ ਪ੍ਰਮਾਤਮਾ ਅੱਗੇ ਰੱਖਦੇ ਹਾਂ, ਉਹ ਪ੍ਰਮਾਤਮਾ ਨਾਲ ਸਿੱਧੀ ਗੱਲ ਹੁੰਦੀ ਹੈ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਜਦੋਂ ਸੰਕਟ ਹੋਵੇ ਨਾ, ਉਦੋਂ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਹੋਰ ਕੋਈ ਨਹੀਂ। ਉਦੋਂ ਅੰਦਰੋਂ ਜੁੜ ਕੇ ਜਿਹੜੀ ਚੀਸ ਨਿਕਲਦੀ ਹੈ, ਜਿਹੜੀ ਅੰਦਰੋਂ ਆਵਾਜ਼ ਨਿਕਲਦੀ ਹੈ, ਜਿਹੜਾ ਅੰਦਰੋਂ ਹਉਕਾ ਨਿਕਲਦਾ ਹੈ ਵੀ ਹੁਣ ਅਸੀਂ ਸਾਰੇ ਦਰ ਵੇਖ ਲਏ ਨੇ, ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ। ਉਹ ਹੈ ਪ੍ਰਮਾਤਮਾ ਨਾਲ ਗੱਲਾਂ, ਕਿ ਅੰਦਰੋਂ ਤਰਲਾ ਲੈਣਾ, ਅੰਦਰੋਂ ਜੋਦੜੀ ਕਰਨੀ ਕਿ ਹੇ ਪ੍ਰਭੂ, ਇਹ ਪਰਤਾਵਾ ਹੁਣ ਤੁਸੀਂ ਕੀ ਕਰੋਗੇ, ਕਿਉਂਕਿ ਸਾਡੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕਿਰਪਾਲੂ ਕੋਈ ਨਹੀਂ। ਕਿਰਪਾ ਕਰੋ ਕਿ ਤੁਹਾਡੇ ਬਚਨਾਂ ਨਾਲ, ਤੁਹਾਡੀਆਂ ਸਿਫਤ ਸਲਾਹ ਦੀਆਂ ਗੱਲਾਂ ਨਾਲ ਸਾਡਾ ਮਨ ਜਿਹੜਾ ਹੈ ਉਹ ਪੂਰਨ ਤੌਰ ਤੇ ਪਤੀਜ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਉਵੇਂ ਕਿਸੇ ਹੋਰ ਤਰੀਕੇ ਨਾਲ ਅਸੀਂ ਪਰਮਾਤਮਾ ਨੂੰ ਰਿਝਾ ਨਹੀਂ ਸਕਦੇ। ਜੇ ਕੋਈ ਇਹ ਕਵੇ ਕਿ ਮੇਰਾ ਰੂਪ ਬੜਾ ਸੁੰਦਰ ਹੈ, ਸ਼ਾਇਦ ਮੈਂ ਆਪਣੀ ਸੁੰਦਰਤਾ ਦਾ ਪ੍ਰਭਾਵ ਪਰਮਾਤਮਾ ਤੇ ਪਾ ਕੇ ਆਪਣੇ ਰੂਪ ਦੁਆਰਾ, ਆਪਣੀ ਸੁੰਦਰਤਾ ਦੁਆਰਾ ਪਰਮਾਤਮਾ ਨੂੰ ਵਸ ਵਿੱਚ ਕਰ ਲਵਾਂਗਾ। ਇਹ ਵੀ ਸਾਡੀ ਅਗਿਆਨਤਾ ਹੈ, ਕਿਉਂਕਿ ਉਹ ਸਾਰੀ ਸੁੰਦਰਤਾ ਦਾ ਮਾਲਕ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਉਹਦੇ ਨੂਰ ਤੋਂ ਕਿ ਹੁਸਨਲ ਜਮਾਲ ਹੈ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ। ਪ੍ਰਭੂ ਪਿਆਰੇ ਤਾਂ ਤਰਲਾ ਕਰਦੇ ਨੇ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੈ ਲਾਗ ਚਲੀ। ਸੁਪਨਾ ਉਬੀ ਭਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਰਾਜਤ ਪੇਖ ਮਨ ਬੰਚਲਾ। ਉਹ ਤੇ ਰੂਪ, ਉਹ ਤੇ ਹੁਸਨ ਦਾ ਮਾਲਕ ਹੈ, ਉਹਦੇ ਅੱਗੇ ਕਿਸੇ ਦੇ ਰੂਪ ਦਾ ਕੋਈ ਪ੍ਰਭਾਵ ਨਹੀਂ ਚੱਲ ਸਕਦਾ। ਸਗੋਂ ਇਹ ਕਹਿਣਾ ਹੈ ਕਿ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹਦੀ ਕਿਰਪਾ ਨਾਲ ਤੈਨੂੰ ਇੰਨਾ ਰੂਪ, ਤੈਨੂੰ ਇੰਨੀ ਸੁੰਦਰਤਾ ਮਿਲੀ ਹੈ, ਤੂੰ ਉਹਦੇ ਨਾਲ ਜੁੜ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਰੂਪ ਕੈ ਜੋ ਰੀਜੈ, ਰੂਪਵੰਤ ਹੀ ਰਜਾਏ ਲੇ। ਬਲ ਕੇ ਜੋ ਮਿਲੈ, ਬਲਵੰਤ ਗੈ ਰਾਖਈ। ਜੇ ਸੋਹਣੇ ਰੂਪ ਨਾਲ ਮਿਲਦਾ ਹੁੰਦਾ ਤੇ ਜਿਹੜੇ ਸੁੰਦਰ ਲੋਕ ਸਨ ਉਹ ਪ੍ਰਮਾਤਮਾ ਨੂੰ ਆਪਣੇ ਰੂਪ ਤੇ ਰਝਾ ਲੈਂਦੇ। ਜੇ ਬਲ ਕਰਕੇ, ਤਾਕਤ ਕਰਕੇ ਮਿਲਦਾ ਹੁੰਦਾ ਤੇ ਤਾਕਤਵਰ ਲੋਕ ਪ੍ਰਮਾਤਮਾ ਨੂੰ ਵੀ ਆਪਣੀ ਗ੍ਰਿਫਤ ਵਿੱਚ ਪਕੜ ਕੇ, ਕੈਦ ਕਰਕੇ ਆਪਣੇ ਕੋਲ ਰੱਖ ਲੈਂਦੇ ਵੀ ਅਸੀਂ ਕਿਸੇ ਕਮਜ਼ੋਰ ਨੂੰ, ਕਿਸੇ ਬਲਹੀਣ ਨੂੰ ਤੁਹਾਡੇ ਦਰਸ਼ਨ ਨਹੀਂ ਕਰਨ ਦੇਣੇ। ਦਰਬ ਕੈ ਜੋ ਪਾਈਐ, ਦਰਵੇਸ਼ਰ ਲਜਾਏ ਤਾਹੇ। ਜੇ ਦਰਬ ਕਰਕੇ, ਧਨ ਕਰਕੇ ਮਿਲਦਾ ਹੋਵੇ ਤੇ ਫਿਰ ਬੋਲੀ ਲੱਗਦੀ, ਤੇ ਜਿਹੜਾ ਵੱਧ ਬੋਲੀ ਦਿੰਦਾ ਉਹ ਪ੍ਰਮਾਤਮਾ ਨੂੰ ਲੈ ਜਾਂਦਾ। ਪਰ ਪ੍ਰਮਾਤਮਾ ਧਨ ਨਾਲ ਵੀ ਨਹੀਂ ਜੇ ਮਿਲਦਾ। ਕਵਿਤਾ ਕੇ ਪਾਈਐ, ਕਵੀਸ਼ਰ ਅਵਲਾਖੀ। ਜੇ ਕੋਈ ਸੋਹਣੀ ਕਵਿਤਾ ਉਚਾਰਨ ਕਰੇ ਵੀ ਸ਼ਾਇਦ ਇਵੇਂ ਪ੍ਰਮਾਤਮਾ ਵਸ ਵਿੱਚ ਆ ਜਾਵੇਗਾ, ਫਿਰ ਤੇ ਉਹ ਆਪਣੇ ਕਵਿਤਾ ਦੀ ਚਾਲ ਵਿੱਚ, ਕਵਿਤਾ ਦੇ ਛੰਦ ਵਿੱਚ ਪ੍ਰਮਾਤਮਾ ਨੂੰ ਸਮੋਹ ਲੈਂਦਾ ਵੀ ਮੈਂ ਕਵਿਤਾ ਵਿੱਚ ਬੰਦ ਕਰ ਦਿੱਤਾ, ਮੈਂ ਕਿਸੇ ਹੋਰ ਨੂੰ ਨਹੀਂ ਵੇਖਣ ਦੇਣਾ। ਜੋਗ ਕੈ ਜੋ ਪਾਈਐ, ਜੋਗੀ ਜਟਾ ਮੈਂ ਦੁਰਾਏ ਰਾਖੇ। ਜੇ ਘਰ ਛੱਡ ਕੇ 84 ਆਸਣ ਕੀਤਿਆਂ, ਜੋਗ ਕਮਾਇਆ ਪ੍ਰਮਾਤਮਾ ਮਿਲਦਾ ਹੁੰਦਾ ਤੇ ਜੋਗੀ ਲੋਕ ਉਹ ਇੰਨੇ ਕਰੋਧੀ ਨੇ ਕਿ ਉਹ ਪ੍ਰਮਾਤਮਾ ਨੂੰ ਆਪਣੀਆਂ ਜਟਾਂ ਵਿੱਚ ਹੀ ਬੰਦ ਕਰ ਲੈਂਦੇ ਤੇ ਕਿਸੇ ਹੋਰ ਨੂੰ ਨਾ ਵੇਖਣ ਦਿੰਦੇ। ਜੋਗ ਕੈ ਜੋ ਪਾਈਐ, ਜੋਗੀ ਜਟਾ ਮੈਂ ਦੁਰਾਏ ਰਾਖੈ। ਭੋਗ ਕੈ ਜੋ ਮਿਲੈ, ਭੋਗੀ ਭੋਗ ਰਸ ਚਾਖੀ। ਜੇ ਉਹ ਭੋਗਾਂ ਦਾ ਵਿਸ਼ਾ ਹੁੰਦਾ ਤੇ ਭੋਗੀ ਲੋਕ ਪ੍ਰਮਾਤਮਾ ਨੂੰ ਐਵੇਂ ਹੀ ਚੱਖ ਲੈਂਦੇ ਜਿਵੇਂ ਉਹ ਵੱਖ ਵੱਖਰੇ ਭੋਗ ਜਿਹੜੇ ਨੇ ਆਪਣੀ ਰਸਨਾ ਦੇ ਨਾਲ ਸਵਾਦ ਚੱਖ ਕੇ ਕਹਿੰਦੇ ਨੇ ਅਸੀਂ ਇੰਨੇ ਭੋਗ ਭੋਗ ਲਏ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਨਿਗਰੈ ਜਤਨ ਪਾਨ ਪਰਤਨਾ ਪ੍ਰਾਨ ਮਾਨ। ਇੰਦਰੀਆਂ ਨੂੰ ਵਸ ਕੀਤਿਆਂ ਵੀ ਉਹ ਪ੍ਰਾਣਾ ਤੋਂ ਪਿਆਰਾ ਪ੍ਰਭੂ ਨਹੀਂ ਜੇ ਮਿਲਦਾ। ਪ੍ਰਾਨ ਪਤ ਏਕ ਗੁਰ ਸ਼ਬਦ ਸੋ ਭਾਖੀ।
ਪ੍ਰਾਣਾਂ ਦਾ ਪਤੀ ਪਰਮਾਤਮਾ ਉਦੋਂ ਮਿਲਦਾ ਜਦੋਂ ਉਹਦੇ ਬਚਨਾਂ ਨੂੰ ਉਚਾਰਨ ਕੀਤਾ ਜਾਵੇ। ਜਦੋਂ ਗੁਰੂ ਦੇ ਸ਼ਬਦ ਜੋ ਪਰਮਾਤਮਾ ਦੇ ਬਚਨ ਨੇ ਕਿ ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ, ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੈ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਆ ਜਿਹੜੇ ਗੁਰੂ ਕੇ ਬਚਨ ਨੇ ਇਹ ਪ੍ਰਮਾਤਮਾ ਦੇ ਨਾਲ ਗੱਲਾਂ ਕਰਨੀਆਂ ਨੇ। ਹੁਣ ਨਾ ਤਾਂ ਪ੍ਰਮਾਤਮਾ ਸਾਡੇ ਨਾਲ ਗੱਲਾਂ ਕਰਦਾ ਤੇ ਨਾ ਅਸੀਂ ਯਤਨ ਕਦੇ ਕੀਤਾ ਵੀ ਜਪਜੀ ਸਾਹਿਬ ਪੜ੍ਹ ਕੇ ਆਪਾਂ ਪ੍ਰਮਾਤਮਾ ਨਾਲ ਗੱਲਾਂ ਕਰ ਲਈਏ। ਜਿਹੜੇ ਸਾਰਾ ਦਿਨ ਗੱਪਾਂ ਮਾਰਦੇ ਰਹਿੰਦੇ ਨੇ, ਗੱਲਾਂ ਕਰਦਿਆਂ ਕਦੇ ਥੱਕਦੇ ਨਹੀਂ, ਉਹਨਾਂ ਕੋਲ ਕਦੇ ਨਿਤਨੇਮ ਕਰਕੇ ਪ੍ਰਮਾਤਮਾ ਨਾਲ ਗੱਲਾਂ ਕਰਨ ਦਾ ਸਮਾਂ ਹੀ ਨਹੀਂ। ਤੇ ਸਾਹਿਬ ਕਹਿੰਦੇ ਤੈ ਸ਼ੈ ਨਾਲ ਅਕੂਣਾ ਕਿਉਂ ਥੀਵੈ ਘਰ ਵਾਸ। ਵੀ ਜਿਵੇਂ ਸਾਡੀ ਕੋਈ ਧੀ ਭੈਣ ਉਹ ਪਤੀ ਨਾਲ ਗੱਲਾਂ ਹੀ ਨਾ ਕਰੇ ਤੇ ਪਤੀ ਦੇ ਘਰ ਉਹਦਾ ਕਿਵੇਂ ਵਸੇਬਾ ਹੋਵੇਗਾ। ਆ ਮਾਝੇ ਦੇ ਇਲਾਕੇ ਵਿੱਚ ਬੋਲਣ ਨੂੰ ਕੂਣਾ ਵੀ ਕਹਿੰਦੇ ਨੇ, ਵੀ ਤੂੰ ਮੇਰੇ ਨਾਲ ਕੂੰਦਾ ਕਿਉਂ ਨਹੀਂ। ਤੇ ਸਾਹਿਬ ਨੇ ਐੜਾ ਸ਼ਬਦ ਲਾ ਕੇ ਅਕੂਣਾ ਵੀ ਹੇ ਪ੍ਰਭੂ ਮੈਂ ਜੀਵ ਇਸਤਰੀ ਤੇਰੇ ਨਾਲ ਕੂੰਦੀ ਨਹੀਂ, ਤੇਰੇ ਨਾਲ ਬੋਲਦੀ ਨਹੀਂ, ਤੇ ਮੇਰਾ ਤੇਰੇ ਘਰ ਵਾਸਾ ਕਿਵੇਂ ਹੋਵੇ। ਵੀ ਆਪਾਂ ਤੇ ਗੁੰਗੇ ਹੋਏ ਬੈਠੇ ਆ, ਚੁੱਪ ਹੋਈ ਬੈਠੇ ਆ, ਆਪਾਂ ਕਦੇ ਨਹੀਂ ਕਹਿਣਾ ਏਕ ਓੰਕਾਰ ਸਤਨਾਮ ਕਰਤਾ ਪੁਰਖ। ਅਸੀਂ ਕਦੇ ਨਹੀਂ ਕਹਿਣਾ ਕਿ ਜਪਜੀ ਸਾਹਿਬ ਪੜ੍ਹ ਲਈਏ, ਕਦੇ ਨਹੀਂ ਕਹਿਣਾ ਕਿ ਆਪਾਂ ਆਸਾ ਦੀ ਵਾਰ ਪੜ੍ਹ ਲਈਏ, ਸਹਿਜ ਪਾਠ ਕਰ ਲਈਏ। ਤੇਰੇ ਨਾਲ ਅਸੀਂ ਕਦੇ ਗੱਲਾਂ ਕਰਦੇ ਹੀ ਨਹੀਂ। ਤੇਰੇ ਨਾਲ ਤੇ ਸਾਡਾ ਅਕੂਣਾ ਹੈ। ਤੈ ਸ਼ੈ ਨਾਲ ਅਕੂਣਾ ਕਿਉਂ ਥੀਵੈ ਘਰ ਵਾਸ। ਤੇ ਫਿਰ ਤੇਰੇ ਘਰ ਵਿੱਚ ਸਾਡਾ ਵਸੇਬਾ ਕਿਵੇਂ ਹੋਵੇ। ਇਸ ਕਰਕੇ ਤੇਰੇ ਅੱਗੇ ਅਰਦਾਸ ਹੈ, ਤੂੰ ਚਉ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਐ, ਮੈਂ ਲੱਖ ਵੜੱਤੇ ਸਾਹਿਬਾ ਜੇ ਬਿੰਦ ਬੁਲਾਈਐ। ਬਿੰਦ ਦਾ ਮਤਲਬ ਹੁੰਦਾ ਥੋੜਾ ਜਿਹਾ। ਜੇ ਤੂੰ ਥੋੜਾ ਜਿਹਾ ਸਮਾਂ ਵੀ ਸਾਨੂੰ ਬੁਲਾ ਲਵੇਂ ਨਾ, ਤੇ ਅਸੀਂ ਐਵੇਂ ਆ ਜਿਵੇਂ ਕੋਈ ਬੰਦਾ ਕਵੇ ਵੀ ਅੱਜ ਮੈਂ ਲੱਖਾਂ ਵਟ ਲਏ। ਪਰ ਬੰਦਾ ਦੁਨਿਆਵੀ ਤੌਰ ਤੇ ਲੱਖਾਂ ਵਟ ਕੇ ਤੇ ਫਿਰ ਨੱਚਦਾ ਫਿਰਦਾ ਵੀ ਮੈਂ ਅੱਜ ਇੰਨੇ ਕਮਾ ਲਏ। ਪਰ ਸਾਹਿਬ ਕਹਿੰਦੇ ਨਹੀਂ, ਮੈਂ ਉਦੋਂ ਲੱਖਾਂ ਵਟੇ ਨੇ ਜਦੋਂ ਤੂੰ ਮੇਰੇ ਨਾਲ ਬੋਲੇ। ਮੈਂ ਲੱਖ ਵੜੱਤੇ ਸਾਹਿਬਾ, ਹੇ ਮੇਰੇ ਸਾਹਿਬਾ, ਹੇ ਮੇਰੇ ਮਾਲਕ, ਮੈਂ ਲੱਖਾਂ ਵਟ ਲਏ ਜੇ ਬਿੰਦ ਬੁਲਾਈਐ। ਜੇ ਤੂੰ ਬਿੰਦ ਜਿੰਨਾ ਥੋੜਾ ਜਿਹਾ ਸਮਾਂ ਵੀ ਮੈਨੂੰ ਬੁਲਾ ਲਵੇਂ, ਮੈਨੂੰ ਆਵਾਜ਼ ਮਾਰੇ ਤੂੰ ਕੁੰਨ ਰੇ, ਤੇ ਮੈਂ ਕਵਾਂਗਾ ਮੈਂ ਜੀ ਨਾਮਾ ਹੋ ਜੀ। ਤੁਸੀਂ ਕਹੋ ਕਾਹਦੇ ਲਈ ਆਏ ਹੋ, ਮੈਂ ਕਵਾਂਗਾ ਆਲਾ ਤੇ ਨਿਵਾਰਨਾ ਜਮ ਕਾਰਨਾ। ਜਦੋਂ ਮਾਲਕ ਦੇ ਦਰ ਤੇ ਅਰਦਾਸ ਕੀਤੀ ਤੇ ਸਾਹਿਬ ਕਹਿੰਦੇ ਅਰਦਾਸ ਸੁਣੀ ਦਾਤਾਰ ਬਰਬ ਢਾਡੀ ਕੋ ਮੈਲ ਬੁਲਾਵੈ। ਫਿਰ ਪਰਮਾਤਮਾ ਬੁਲਾਉਂਦਾ ਹੈ, ਸਾਦਾ ਹੈ ਆਪਣੇ ਵੱਲ। ਪ੍ਰਭੂ ਭਗਤ ਆਖ ਰਹੇ ਨੇ ਭਗਤ ਰਵਿਦਾਸ ਜੀ, ਹੇ ਮਾਲਕ ਸਾਡੀ ਇਹ ਹਾਲਤ ਹੈ, ਕਿਰਪਾ ਕਰੋ ਸਾਨੂੰ ਇਹ ਪੂਰਨ ਭਰੋਸਾ ਦਿਓ ਕਿ ਤੁਹਾਡੇ ਬਚਨਾਂ ਦੇ ਨਾਲ ਸਾਡਾ ਮਨ ਜਿਹੜਾ ਹੈ ਉਹ ਪਤੀਤ ਜਾਵੇ, ਜੁੜ ਜਾਵੇ। ਹਉ ਬਲ ਬਲ ਜਾਓ ਰਮਈਆ ਕਾਰਨੇ। ਮੈਂ ਵਾਰ-ਵਾਰ ਬਲਹਾਰ ਜਾਂਦਾ ਹਾਂ ਉਸ ਸੁੰਦਰ ਰਮੇ ਹੋਏ ਪਰਮੇਸ਼ਰ ਤੋਂ। ਕਾਰਨ ਕਵਨ ਅਬੋਲ। ਤੇ ਨਾਲੇ ਮੈਂ ਬੇਨਤੀ ਕਰਦਾ ਹਾਂ ਸਾਡੇ ਕੋਲੋਂ ਕੀ ਖਤਾ ਹੋ ਗਿਆ, ਕੀ ਕਾਰਨ ਹੈ ਕਿ ਤੁਸੀਂ ਅਬੋਲ ਹੋ, ਸਾਡੇ ਨਾਲ ਬੋਲਦੇ ਨਹੀਂ। ਭਾਵ ਸਾਡੇ ਵਾਲੇ ਪਾਸੇ ਤੋਂ ਤੁਸੀਂ ਚੁੱਪ ਕਿਉਂ ਹੋ। ਮਾਲਕ ਕਿਰਪਾ ਕਰੋ, ਸਾਨੂੰ ਬੁਲਾਵੋ, ਸਾਡੇ ਨਾਲ ਗੱਲਾਂ ਕਰੋ, ਸਾਨੂੰ ਵੀ ਇਹ ਤਾਕਤ ਦਿਓ, ਸਮਰੱਥਾ ਦਿਓ ਕਿ ਅਸੀਂ ਤੁਹਾਡੇ ਨਾਲ ਗੱਲਾਂ ਕਰ ਸਕੀਏ। ਸੱਚਮੁੱਚ ਸਮੁੱਚੀ ਬਾਣੀ ਜਿਹੜੀ ਹੈ ਇਹ ਪਰਮਾਤਮਾ ਦੇ ਦਰ ਦੀਆਂ ਗੱਲਾਂ ਨੇ, ਪਰਮਾਤਮਾ ਦੇ ਦਰ ਦੀਆਂ ਬਾਤਾਂ ਨੇ। ਜੋ ਕੁਝ ਉੱਥੇ ਹੋਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੋ ਪਰਮੇਸ਼ਰ ਨੇ ਗੱਲਬਾਤ ਕਹੀ ਤੇ ਸਤਿਗੁਰੂ ਜੀ ਨੇ ਉਹਦੀ ਟਰਾਂਸਲੇਟ ਕਰਕੇ ਸਾਨੂੰ ਉਹ ਗੱਲਬਾਤ ਸੁਣਾਈ ਹੈ। ਇਸ ਕਰਕੇ ਜੇ ਚਿੱਤ ਕਰੇ ਵੀ ਪਰਮਾਤਮਾ ਨਾਲ ਗੱਲਾਂ ਕਰਨੀਆਂ ਨੇ ਤੇ ਸਹਿਜ ਪਾਠ ਆਰੰਭ ਕਰ ਦਿਓ। ਜਦੋਂ ਵੀ ਚਿੱਤ ਕਰੇ ਪਰਮਾਤਮਾ ਨਾਲ ਗੱਲਾਂ ਕਰ ਲਿਆ ਕਰੋ। ਤੇ ਜੇ ਪਰਮਾਤਮਾ ਨਾਲ ਆਪਾਂ ਕੂੰਦੇ ਹੀ ਨਹੀਂ, ਤੈਸ਼ ਹੈ ਨਾਲ ਅਕੂਣਾ, ਵੀ ਆਪਾਂ ਘੁੱਗੂ ਵੱਟੇ ਬਣ ਕੇ ਵੀ ਚੁੱਪ ਕਰਕੇ ਬੈਠੇ ਹਾਂ, ਵੀ ਆਪਾਂ ਕਦੇ ਨਹੀਂ ਕਹਿਣਾ ਵੀ ਉਹਦਾ ਕਿਹੜਾ ਗੁਣ ਹੈ, ਉਹਦੀ ਕਿਹੜੀ ਵਡਿਆਈ ਹੈ। ਤੇ ਫਿਰ ਸੱਚ ਜਿਹੜਾ ਬੰਦਾ ਬਿਲਕੁਲ ਘੁੱਗੂ ਵੱਟਾ ਹੀ ਬਣ ਕੇ ਰਵੇ, ਉਹਨੂੰ ਸੰਸਾਰ ਵਿੱਚ ਕੋਈ ਨਹੀਂ ਜੇ ਪਿਆਰ ਕਰਦਾ। ਛੋਟਾ ਜਿਹਾ ਬੱਚਾ ਹੈ ਨਾ,
ਜੇ ਆਪਾਂ ਬੁਲਾਈਏ ਤੇ ਉਹ ਤੋਤਲੀ ਜ਼ਬਾਨ ਵਿੱਚ ਵੀ ਅੱਗੋਂ ਉੱਤਰ ਦੇ ਦੇ ਨਾ, ਆਪਾਂ ਕਹੀਏ ਕਹਿ ਚਾਚਾ ਤੇ ਉਹ ਅੱਗੋਂ ਰਿਪੀਟ ਕਰੇ ਤਾਤਾ, ਤੇ ਆਪਾਂ ਘੁੱਟ ਕੇ ਗੱਲ ਨਾਲ ਲਾ ਲੈਨੇ ਆ। ਸਾਹਿਬ ਕਹਿੰਦੇ ਠੀਕ ਹੈ, ਤੈਨੂੰ ਬਾਣੀ ਪੜ੍ਹਦਿਆਂ ਭੁੱਲਾਂ ਹੋਣੀਆਂ ਨੇ, ਤੋਤਲੀ ਜ਼ਬਾਨ ਹੈ, ਕਈ ਵਾਰ ਸ਼ਬਦ ਕੋਈ ਕਹਿਣਾ ਤੇ ਨਿਕਲ ਹੋਰ ਜਾਣਾ, ਕੋਈ ਗੱਲ ਨਹੀਂ। ਜੋ ਗੁਰੂ ਨੇ ਕਿਹਾ, ਗੁਰੂ ਕਹਾਉਣਾ ਚਾਹੁੰਦਾ ਬੋਲ, ਤੂੰ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੀ ਰਸਨਾ ਤੋਂ ਪੜ੍ਹ, ਤੇ ਗੁਰੂ ਵੇਖ ਵੇਖ ਕੇ ਖੁਸ਼ ਹੋਵੇਗਾ, ਕਿਉਂਕਿ ਹਰ ਕੇ ਗੁਣ ਹਰ ਭਾਵੰਦੇ ਸੇ ਗੁਰੂ ਤੇ ਪਾਏ। ਉਹ ਪ੍ਰਮਾਤਮਾ ਨੂੰ ਵੀ ਚੰਗੇ ਲੱਗਦੇ ਨੇ। ਇਸ ਕਰਕੇ ਇਹ ਪ੍ਰਭੂ ਤੂੰ ਕਿਹੜੀ ਗੱਲ ਕਿਸ ਕਾਰਨ ਕਰਕੇ ਅਬੋਲ ਹੈ, ਸਾਡੇ ਨਾਲ ਬੋਲਦਾ ਨਹੀਂ ਹੈ। ਰਹਾਉ ਰਹਾਉ ਦਾ ਭਾਵ ਹੈ ਵਿਸ਼ਰਾਮ, ਵੀ ਇਹਨਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਇਹ ਪ੍ਰਭੂ ਅਸੀਂ ਜੀਵ ਬਹੁਤ ਜਨਮ ਹੋ ਗਏ ਨੇ ਤੁਹਾਡੇ ਤੋਂ ਵਿਛੜੇ ਆ। ਆਹ ਜਨਮ ਕੋਈ ਪਹਿਲਾ ਨਹੀਂ ਹੈ। ਸ਼ਾਹੋਂ ਵਿਛੜਿਆ ਵਣਜਾਰਾ, ਜਦੋਂ ਤੋਂ ਤੁਹਾਡੇ ਤੋਂ ਵੱਖ ਹੋ ਕੇ ਜੂਨਾਂ ਵਿੱਚ ਭਟਕ ਰਹੇ ਆ, ਇਹ ਬੜਾ ਲੰਮਾ ਸਮਾਂ ਹੋ ਗਿਆ। ਸਾਡੀ ਗੱਲ ਕਰ ਰਹੇ ਨੇ ਵੀ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਿਰਪਾ ਕਰੋ ਹੁਣ ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋਂ ਹਮ ਆਏ, ਐਸੇ ਘਰ ਹਮ ਬਹੁਤ ਬਸਾਏ। ਆਹ ਕੁਝ ਅਸੀਂ ਬੜੀ ਵਾਰ ਵੇਖ ਚੁੱਕੇ ਹਾਂ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਿਰਪਾ ਕਰੋ ਹੁਣ ਬਖਸ਼ ਲਵੋ। ਸਾਡੀ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਭਗਤ ਰਵਿਦਾਸ ਜੀ ਕਿ ਹੇ ਪ੍ਰਭੂ ਅਸੀਂ ਜੀਵ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਤੋਂ ਵਿਛੜੇ ਹੋਏ ਹਾਂ। ਪ੍ਰਭੂ ਭਗਤ ਜਦੋਂ ਥੋੜਾ ਜਿਹਾ ਸਮਾਂ ਵੀ ਪ੍ਰਮਾਤਮਾ ਤੋਂ ਵਿਛੋੜਾ ਪੈਂਦਾ ਹੈ ਨਾ, ਤੇ ਆਖਦੇ ਨੇ ਏਕ ਘੜੀ ਮੋਕੋ ਬਹੁਤ ਦਿਹਾੜੇ, ਚਾਰ ਪਹਿਰ ਕਿਉਂ ਜੁਗਾਂ ਸਮਾਨੇ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਹੇ ਪਿਆਰੇ ਪ੍ਰਭੂ, ਇੱਕ ਘੜੀ ਵੀ ਤੁਸੀਂ ਵਿਸਰ ਜਾਓ ਤੇ ਕਲ ਯੁਗ ਵਰਤ ਜਾਂਦਾ, ਭਾਵੇਂ ਸਤਯੁਗ ਦਾ ਸਮਾਂ ਵੀ ਕਿਉਂ ਨਾ ਹੋਵੇ। ਭਾਵ ਕਿ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਹੁਣ ਆਹ ਜਨਮ ਜਿਹੜਾ ਇਹ ਤੁਹਾਡੇ ਲੇਖੇ, ਤੁਹਾਡੀ ਯਾਦ ਵਿੱਚ, ਤੁਹਾਡੇ ਦਰਸ਼ਨਾਂ ਦੀ ਤਾਂਗ ਵਿੱਚ ਜੁੜ ਜਾਵੇ। ਭਾਵ ਇੱਕੋ ਹੀ ਅੰਦਰ ਲਗਨ ਹੋਵੇ ਕਿ ਹੇ ਮੇਰੇ ਪਿਆਰੇ ਪ੍ਰਭੂ ਤੂੰ ਮਿਲ। ਭਗਤ ਰਵਿਦਾਸ ਜੀ ਦੇ ਜਿਹੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਆਰੰਭਤਾ ਇੱਥੋਂ ਹੁੰਦੀ ਹੈ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਤੇ ਅਖੀਰਲਾ ਸ਼ਬਦ ਉਹਨਾਂ ਦਾ ਕਿ ਪ੍ਰਾਨਨਾਥ ਜਿਹੜਾ ਪ੍ਰਭੂ ਹੈ ਨਾ, ਉਹ ਕਿਹੜੇ ਤਰੀਕੇ ਨਾਲ ਮਿਲ ਸਕਦਾ ਹੈ। ਮਿਲਤ ਪ੍ਰਾਨਨਾਥ ਕਵਨ ਭਗਤ ਤੇ ਆਪ ਹੀ ਆਨਸਰ ਦਿੱਤਾ ਹੈ, ਸਾਧ ਸੰਗ ਪਾਈ ਪਰਮ ਗਤੇ। ਗੁਰੂ ਕੀ ਸੰਗਤ ਵਿੱਚ ਆ ਕੇ ਪਰਮ ਗਤੀ, ਉੱਚੀ ਅਵਸਥਾ, ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ। ਉਹਨਾਂ ਨੇ ਇਹ ਜੋਦੜੀ ਕੀਤੀ, ਕਹਿਣ ਲੱਗੇ ਆ ਜਿਹੜਾ ਜਨਮ ਹੈ ਇਹ ਹੁਣ ਤੁਹਾਡੀ ਯਾਦ ਵਿੱਚ, ਤੁਹਾਡੇ ਲੇਖੇ ਭਾਵ ਤੁਹਾਨੂੰ ਹੀ ਸਮਰਪਿਤ ਕਰ ਦਿੱਤਾ ਹੈ। ਤੁਸੀਂ ਹਮੇਸ਼ਾ ਸਾਨੂੰ ਯਾਦ ਆਉਂਦੇ ਰਹੋ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਥੋੜਾ ਸਮਾਂ ਵੀ ਭਾਵੇਂ ਤੁਹਾਡੇ ਦਰਸ਼ਨ ਦੇਖਿਆ ਨੂੰ ਹੋਇਆ ਹੋਵੇ ਤੇ ਇੰਜ ਲੱਗਦਾ ਵੀ ਬੜਾ ਚਿਰ ਹੋ ਗਿਆ। ਇਸ ਕਰਕੇ ਅਸੀਂ ਇੱਕ ਆਸ ਲੈ ਕੇ ਜਿਉਂਦੇ ਹਾਂ ਕਿ ਤੁਹਾਡੇ ਦਰਸ਼ਨ ਹੋਣ। ਇਹ ਆਸ ਮਨ ਵਿੱਚ ਬਣੀ ਰਵੇ, ਕਿਉਂਕਿ ਚਿਰ ਭਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ, ਬੜਾ ਲੰਮਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ ਨੂੰ। ਕਿਰਪਾ ਕਰੋ ਆਪਣੇ ਦਰਸ਼ਨਾਂ ਦਾ ਜੋ ਬਖਸ਼ਿਸ਼ ਹੈ ਸਾਡੀ ਝੋਲੀ ਵਿੱਚ ਪਾਓ, ਆਪਣਾ ਮਿਲਾਪ ਬਖਸ਼ਿਸ਼ ਕਰਕੇ ਸਾਨੂੰ ਕਿਰਤਾਰਥ ਕਰੋ। ਜਿੱਥੇ ਆਪ ਜੀ ਨੇ ਪਾਵਨ ਮੁਖਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ। ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ। ਬਿਲਾਵਲ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ, ਜਿਹਦੇ ਵਿੱਚ 13 ਪੌੜੀਆਂ ਨੇ। ਤੇ ਪੌੜੀਆਂ ਵਾਰਾਂ ਦਾ ਮੂਲ ਸਰੂਪ ਚੌਥੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸ਼ਲੋਕ ਜਿਹੜੇ ਨੇ ਉਹਨਾਂ ਦੀ ਗਿਣਤੀ 27 ਹੈ। 13 ਪੌੜੀਆਂ ਤੇ 2-2 ਸ਼ਲੋਕ ਨੇ। ਕੇਵਲ 7ਵੀਂ ਪੌੜੀ ਹੈ ਜਿਹਦੇ ਵਿੱਚ 3 ਸ਼ਲੋਕ ਆਏ ਨੇ।
ਗੁਰੂ ਰਾਮਦਾਸ ਜੀ ਦਾ ਇੱਕ ਸ਼ਲੋਕ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਲੋਕ, ਤੇ ਬਾਕੀ ਜਿਹੜੇ ਸ਼ਲੋਕ ਨੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਭਾਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਉਚਾਰਨ ਕੀਤੀ ਹੋਈ ਵਾਰ ਹੈ, ਤੇ ਸ਼ਲੋਕ ਜਿਹੜੇ ਇੱਥੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਦੂਸਰੇ ਸ਼ਲੋਕ ਵਿੱਚ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ, ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ। ਜਦੋਂ ਕੋਈ ਗੁਰੂ ਦੇ ਅਨੁਸਾਰੀ ਹੋ ਕੇ ਗੋਬਿੰਦ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੇ ਲਈ ਇਹੀ ਮਾਨੋ ਖੁਸ਼ੀ ਦਾ ਗੀਤ ਹੈ, ਸਿਫਤ ਸਲਾਹ ਵਾਲਾ ਸੋਹਿਲਾ ਹੈ। ਉਹਦੇ ਜੀਵਨ ਵਿੱਚ ਸਭ ਤੋਂ ਵੱਡਾ ਖੁਸ਼ੀਆਂ ਖੇੜਿਆਂ ਵਾਲਾ ਮੰਗਲਮਈ ਗੀਤ ਸੋਹਿਲਾ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ। ਇਸੇ ਲਈ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਬਾਰ-ਬਾਰ ਦ੍ਰਿੜ ਕਰਵਾਇਆ ਕਿ ਇਹ ਸੋਹਿਲਾ ਸ਼ਬਦ ਸੁਹਾਵਾ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ। ਤੇ ਬਾਣੀਆਂ ਵਿੱਚ ਇੱਕ ਬਾਣੀ ਦਾ ਸਰਲੇਖ ਵੀ ਸੋਹਿਲਾ, ਜਿਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਜਿਵੇਂ ਸੁਖਮਣੀ ਸਰਲੇਖ ਹੈ ਨਾ, ਆਪਾਂ ਸੁਖਮਣੀ ਸਾਹਿਬ ਕਹਿੰਦੇ ਆ, ਜਪ ਸਰਲੇਖ ਹੈ ਆਪਾਂ ਜਪਜੀ ਸਾਹਿਬ ਆਖਦੇ ਆ, ਇਵੇਂ ਸੋਹਲਾ ਵੀ ਸਰਲੇਖ ਹੈ ਤੇ ਆਪਾਂ ਸੋਹਲਾ ਸਾਹਿਬ ਕਹਿੰਦੇ ਆ। ਜਿਵੇਂ ਸੁਖਮਣੀ ਸਾਹਿਬ ਜਦੋਂ ਚਿੱਤ ਕਰੇ ਆਪਾਂ ਪੜ੍ਹਦੇ ਆ, ਤੇ ਸਾਹਿਬ ਕਹਿੰਦੇ ਮਾਲਕ ਦਾ ਇਹ ਸੋਹਲਾ ਵੀ ਜਦੋਂ ਚਿੱਤ ਕਰੇ ਗਾਇਆ ਕਰੋ, ਪੜ੍ਹਿਆ ਕਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਮੈਂ ਵਾਰੀ ਜਾਵਾਂ ਇਸ ਸੋਹਲੇ ਤੋਂ ਜਿਹਨੂੰ ਪੜ੍ਹਨ ਦੇ ਨਾਲ ਸਦਾ ਲਈ ਮੈਨੂੰ ਸੁੱਖ ਮਿਲਦਾ ਹੈ। ਹੁਣ ਸਮਝ ਆ ਗਈ ਨਾ ਵੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤੇ ਜੇ ਕੋਈ ਬਾਣੀਆਂ ਵਿੱਚ ਵਿਤਕਰੇ ਪਾ ਕੇ ਕਿਤਾਬਚਾ ਛਾਪ ਕੇ ਕਵੇ ਵੀ ਆਹ ਬਾਣੀ ਪੜ੍ਹੋਗੇ ਤੇ ਫਿਰ ਸੁੱਖ ਮਿਲੇਗਾ, ਉਹਨੂੰ ਕਿਹਾ ਕਰੋ ਨਹੀਂ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਸਾਰੀ ਬਾਣੀ ਸੁੱਖ ਦੇਣ ਵਾਲੀ ਹੈ, ਸਾਰੀ ਬਾਣੀ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ। ਵੰਡੀਆਂ ਨਾ ਪਾਓ, ਵੱਖਰੇ ਵੱਖਰੇ ਸ਼ਬਦਾਂ ਦਾ ਨਿਰਣਾ ਨਾ ਕਰੋ। ਕਿਹੜਾ ਸ਼ਬਦ ਹੈ ਜਿਹੜਾ ਸਾਨੂੰ ਦੁੱਖ ਦਿੰਦਾ ਹੈ, ਕਿਹੜਾ ਸ਼ਬਦ ਹੈ ਜਿਹੜਾ ਸੁੱਖ ਨਹੀਂ ਦਿੰਦਾ। ਸਾਰੀ ਬਾਣੀ ਦੁੱਖ ਭੰਜਨ ਹੈ, ਸਾਰੀ ਬਾਣੀ ਸੁੱਖ ਨਿਧਾਨ ਹੈ। ਇਸ ਕਰਕੇ ਗੁਰੂ ਕਾ ਸਿੱਖ ਜਦੋਂ ਜਾਗਰੂਕ ਹੋ ਜਾਵੇਗਾ ਤੇ ਇਹਨਾਂ ਵਖਰੇਵਿਆਂ, ਇਹਨਾਂ ਵੰਡੀਆਂ ਤੋਂ ਵੀ ਬਚਣ ਵਿੱਚ ਗੁਰੂ ਕਾ ਸਿੱਖ ਹਮੇਸ਼ਾ ਪਹਿਲ ਕਰੇਗਾ ਵੀ ਮੇਰਾ ਚਿੱਤ ਕਰੇ ਮੈਂ ਆਸਾ ਦੀ ਵਾਰ ਪੜ੍ਹ ਲਵਾਂ, ਮੇਰਾ ਚਿੱਤ ਕਰੇ ਮੈਂ ਦਿਨੇ ਰਾਮਕਲੀ ਦੱਖਣੀ ਵਿੱਚ ਓੰਕਾਰ ਬਾਣੀ ਪੜ੍ਹ ਲਵਾਂ, ਮੇਰਾ ਚਿੱਤ ਕਰੇ ਮੈਂ ਸੁਖਮਣੀ ਸਾਹਿਬ ਪੜ੍ਹ ਲਵਾਂ। ਤੁਸੀਂ ਕਿਉਂ ਵੰਡੀਆਂ ਪਾ ਕੇ ਕਹਿੰਦੇ ਹੋ ਵੀ ਕੇਵਲ ਆਹੀ ਪੜ੍ਹਨਾ ਫਿਰ ਸੁੱਖ ਮਿਲੇਗਾ? ਸਾਹਿਬ ਕਹਿੰਦੇ ਸੋਹਲਾ ਗਾਉਣ ਨਾਲ ਵੀ ਮੈਂ ਸਦਾ ਲਈ ਸੁਖੀ ਹੋ ਜਾਣਾ। ਇਸ ਲਈ ਸਦਾ ਉਸ ਪਰਮਾਤਮਾ ਦਾ ਸੋਹਿਲਾ ਗਾਉਣਾ ਚਾਹੀਦਾ ਹੈ। ਦਿਨੇ ਰਾਤ ਪਰਮੇਸ਼ਰ ਦੇ ਨਾਮ ਨੂੰ ਜਪਣਾ ਇਹ ਖੁਸ਼ੀ ਦਾ ਸੋਹਿਲਾ ਭਾਵ ਗੀਤ ਹੈ। ਅਨ ਦਿਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ। ਜਿਹੜੇ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦੇ ਨਾਮ ਨੂੰ ਸਲਾਉਂਦੇ ਨੇ, ਹਰੀ ਪਰਮਾਤਮਾ ਨੂੰ ਜਪਦੇ ਨੇ, ਉਹਨਾਂ ਦੇ ਮਨ ਵਿੱਚ ਆਨੰਦ, ਖੁਸ਼ੀਆਂ ਖੇੜੇ ਪ੍ਰਗਟ ਹੋ ਜਾਂਦੇ ਨੇ। ਭਾਵ ਸਦਾ ਲਈ ਉਹਨਾਂ ਦਾ ਮਨ ਵਿਗਾਸ ਵਿੱਚ, ਖੇੜੇ ਵਿੱਚ ਆ ਕੇ ਆਨੰਦ ਸਰੂਪ ਬਣ ਜਾਂਦਾ ਹੈ। ਵੱਡ ਭਾਗੀ ਹਰ ਪਾਇਆ, ਪੂਰਨ ਪਰਮਾਨੰਦ। ਵੱਡੇ ਭਾਗਾਂ ਵਾਲੇ ਮਨੁੱਖ ਨੇ ਪੂਰਨ ਪਰਮ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਤੇ ਪਰਮਾਤਮਾ ਨੂੰ ਮਿਲਣਾ ਹੀ ਅਸਲ ਵਿੱਚ ਆਨੰਦ ਸਰੂਪ ਦੇ ਵਿੱਚ ਪਹੁੰਚਣਾ ਹੈ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੀ ਅਸਲ ਵਿੱਚ ਖੁਸ਼ੀਆਂ ਖੇੜੇ ਆਨੰਦਮਈ ਅਵਸਥਾ ਦੇ ਧਾਰਨੀ ਹੋਣਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਉਹਨੂੰ ਸਾਰੇ ਖੁਸ਼ੀਆਂ ਖੇੜੇ ਆਨੰਦ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਨ ਨਾਨਕ ਨਾਮ ਸਲਾਹਿਆ, ਬਹੁੜ ਨ ਮਨ ਤਨ ਭੰਗ। ਦਾਸ ਨਾਨਕ ਭਾਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਜਦੋਂ ਪਰਮੇਸ਼ਰ ਦੇ ਨਾਮ ਨੂੰ ਸਲਾਹਿਆ, ਉਹਦੀ ਸਿਫਤ ਸਲਾਹ ਕੀਤੀ, ਬਹੁੜ ਨਾ ਮਨ ਤਨ ਭੰਗ। ਫਿਰ ਜਿਹੜਾ ਸਾਡੇ ਤਨ ਮਨ ਵਿੱਚ ਆਨੰਦ ਬਣਦਾ ਨਾ, ਉਹਨੂੰ ਕੋਈ ਭੰਗ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਅਭੰਗ ਹੈ ਤੇ ਉਹਦੇ ਤੋਂ ਮਿਲਿਆ ਖੇੜਾ ਵੀ ਅਭੰਗ ਹੈ।
ਭਾਵੇਂ ਆਰੇ ਨਾਲ ਚੀਰ ਕੇ ਸਰੀਰ ਨੂੰ ਦੋ ਟੁਕੜੇ ਕਰ ਲਓ, ਪਰ ਅੰਦਰ ਦਾ ਆਨੰਦ ਨਹੀਂ ਚੀਰਿਆ ਜਾ ਸਕਦਾ। ਜਿਹੜੇ ਬਾਣੀ ਵਿੱਚ ਬਚਨ ਆਉਂਦੇ ਨੇ ਨਾ ਵੀ ਉਹ ਬੰਦਾ ਅੱਗ ਵਿੱਚ ਨਹੀਂ ਸੜਦਾ, ਪਾਣੀ ਵਿੱਚ ਨਹੀਂ ਡੁੱਬਦਾ, ਉਹ ਨਹੀਂ ਚੀਰਿਆ ਜਾ ਸਕਦਾ। ਪਰ ਸਰੀਰ ਚੀਰੇ ਜਾ ਸਕਦੇ ਨੇ, ਸਰੀਰ ਪਾਣੀ ਵਿੱਚ ਡੋਬੇ ਜਾ ਸਕਦੇ ਨੇ, ਸਰੀਰ ਦੀਵਾਰਾਂ ਵਿੱਚ ਚਿਣੇ ਜਾ ਸਕਦੇ ਨੇ, ਸਰੀਰ ਅੱਗ ਦੇ ਵਿੱਚ ਸੜਦੇ ਵੇਖੇ, ਪਾਣੀ ਵਿੱਚ ਡੁੱਬਦੇ ਵੇਖੇ, ਪਰ ਉਹ ਡੁੱਬ ਕੇ ਵੀ ਨਹੀਂ ਡੁੱਬਦੇ, ਸੜ ਕੇ ਵੀ ਨਹੀਂ ਸੜਦੇ, ਉਹ ਚੀਰੇ ਕੇ ਵੀ ਸਦਾ ਅਭੰਗ ਰਹਿੰਦੇ ਨੇ, ਚੀਰੇ ਨਹੀਂ ਜਾਂਦੇ। ਕਿਉਂਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਵੀ ਉਹਨਾਂ ਦੀ ਅੰਦਰ ਦੀ ਉੱਚੀ ਅਵਸਥਾ ਨੂੰ ਨਹੀਂ ਕੋਈ ਚਿਣ ਸਕਿਆ। ਭਾਈ ਮਤੀ ਦਾਸ ਨੂੰ ਦੋ ਫਾੜ ਕਰਕੇ ਵੀ ਉਹਨਾਂ ਦੇ ਅੰਦਰ ਦਾ ਆਨੰਦ ਕੁਝ ਨਹੀਂ ਚੀਰ ਸਕਿਆ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਵਿੱਚ ਸਾੜ ਕੇ ਸ਼ਹੀਦ ਕੀਤਾ, ਪਰ ਉਹਨਾਂ ਦੇ ਅੰਦਰ ਨੂੰ ਕੋਈ ਨਹੀਂ ਸਾੜ ਸਕਿਆ। ਜਿਹੜੇ ਬਚਨ ਆਪਾਂ ਪੜ੍ਹਦੇ ਹਾਂ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕਿਆ ਜਲ ਹੈ। ਸਰੀਰ ਭਾਵੇਂ ਭਾਈ ਸਤੀ ਦਾਸ ਜੀ ਦਾ ਅੱਗ ਵਿੱਚ ਸੜਦਾ, ਧੰਨ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠਦੇ ਦੇਗ ਵਿੱਚ ਉਬਲਦੇ ਨੇ, ਪਰ ਫਿਰ ਵੀ ਆਖਦੇ ਨੇ ਕਿ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨਿਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਇਹ ਹੈ ਕਿ ਮਨ ਤਨ ਭੰਗ ਭਾਵ ਬੌੜ ਨਾ ਮਨ ਤਨ ਭੰਗ, ਉਹਨਾਂ ਨੂੰ ਫਿਰ ਬਾਰ-ਬਾਰ ਇਹ ਟੋਟਾ ਨਹੀਂ ਆਉਂਦਾ, ਉਹਨਾਂ ਦੇ ਆਨੰਦ ਨੂੰ ਕੋਈ ਭੰਗ ਤੋੜ ਨਹੀਂ ਸਕਦਾ, ਕਿਉਂਕਿ ਉਹ ਆਨੰਦ ਸਦੀਵੀ ਹੈ। ਪੌੜੀ ਕੋਈ ਨਿੰਦਕ ਹੋਵੈ ਸਤਿਗੁਰੂ ਕਾ, ਫਿਰ ਸਰਣ ਗੁਰ ਆਵੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਜਿਨ੍ਹਾਂ ਤੱਕ ਅਸੀਂ ਵੇਖਦੇ ਹਾਂ ਕਿ ਕਈਆਂ ਤਪਿਆਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ, ਕਈ ਈਰਖਾਲੂ ਵਿਰੋਧੀ ਬਣ ਕੇ ਗੁਰੂ ਨੂੰ ਨਿੰਦੇ ਸਨ, ਔਰ ਇੱਥੇ ਤੱਕ ਕਿ ਘਰ ਵਿੱਚ ਜਨਮ ਲੈਣ ਵਾਲਿਆਂ ਨੇ ਵੀ ਜਦੋਂ ਵਿਰੋਧਤਾ ਨਿੰਦਿਆ ਕੀਤੀ, ਤੇ ਗੁਰੂ ਦਾ ਇਹ ਬਿਰਦ ਹੈ ਕਿ ਉਹਨਾਂ ਵਿੱਚੋਂ ਵੀ ਜੇ ਕੋਈ ਸ਼ਰਨ ਆ ਕੇ ਪੈ ਗਿਆ ਤੇ ਸਤਿਗੁਰੂ ਉਸ ਨੂੰ ਬਖਸ਼ ਦਿੰਦਾ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ। ਜੇ ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਉਹਨੂੰ ਬਖਸ਼ ਦਿੰਦਾ ਹੈ। ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰੂ ਬਾਬੇ ਵੱਲੋਂ, ਗੁਰੂ ਨਾਨਕ ਵੱਲੋਂ ਜਿਨ੍ਹਾਂ ਨੂੰ ਫਟਕਾਰਿਆ ਗਿਆ, ਜਿਨ੍ਹਾਂ ਨੇ ਗੁਰੂ ਦੀ ਨਿੰਦਿਆ ਕੀਤੀ, ਵਿਰੋਧਤਾ ਕੀਤੀ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਜਦੋਂ ਉਹ ਨਿੰਦਕ ਵੀ ਜਿਨ੍ਹਾਂ ਦੇ ਦਿਲ ਖੋਟੇ ਸਨ, ਜਿਹੜੇ ਆਕੀ ਸਨ, ਘਰ ਵਿੱਚ ਜਨਮ ਲੈ ਕੇ ਵੀ ਗੁਰੂ ਕੀ ਨਿੰਦਿਆ ਕਰਨ ਵਾਲੇ ਸਨ, ਜਦੋਂ ਚੌਥੇ ਪਾਤਸ਼ਾਹ ਦੇ ਵੇਲੇ ਉਹ ਗੁਰੂ ਘਰ ਵੱਲ ਆਏ ਤੇ ਸਤਿਗੁਰਾਂ ਬਖਸ਼ ਦਿੱਤਾ। ਭਾਵ ਗੁਰੂ ਬਖਸ਼ੰਦ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ। ਉਹ ਵੀ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਾਵੈ। ਜੇ ਉਹ ਪਿਛਲੇ ਕੀਤੇ ਹੋਏ ਗੁਨਾਹਾਂ ਦੀ ਤੋਬਾ ਕਰੇ ਤੇ ਸਤਿਗੁਰੂ ਪਿਛਲੇ ਗੁਨਾਹ ਬਖਸ਼ ਕੇ ਉਹਨਾਂ ਨੂੰ ਫਿਰ ਸਤ ਸੰਗਤ ਦੇ ਨਾਲ ਰਲਾ ਲੈਂਦੇ ਨੇ, ਭਾਵ ਬਖਸ਼ ਦਿੰਦੇ ਹਨ। ਜਿਉ ਮੀਂਹ ਬੁੱਠੈ ਗਲੀਆਂ ਨਾਲੀਆਂ, ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਵੀ ਜਿਵੇਂ ਮੀਂਹ ਪੈਂਦਾ ਤੇ ਮੀਂਹ ਪੈਣ ਦੇ ਨਾਲ ਗਲੀਆਂ ਦਾ ਗੰਦ, ਗਲੀਆਂ ਦਾ ਚਿੱਕੜ, ਜਿਹੜਾ ਰਸਤੇ ਵਿੱਚ ਟੋਬੇ ਵੀ ਨੇ ਉਹ ਵੀ ਜਦੋਂ ਭਰਦੇ ਨੇ, ਉਛਲਦੇ ਨੇ, ਤੇ ਉਹਨਾਂ ਦਾ ਪਾਣੀ ਵੀ ਜਦੋਂ ਇਕੱਠਾ ਵਹਿਣ ਬਣ ਕੇ ਜਾ ਕੇ ਸੁਰਸਰੀ ਭਾਵ ਗੰਗਾ ਨਦੀ ਦੇ ਵਿੱਚ ਮਿਲਦਾ ਹੈ, ਤੇ ਆਮ ਮੰਨਿਆ ਜਾਂਦਾ ਹੈ ਵੀ ਸੁਰਸਰੀ ਵਿੱਚ ਗੰਗਾ ਵਿੱਚ ਮਿਲ ਕੇ ਉਹ ਸਾਰਾ ਜਲ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ। ਇਵੇਂ ਗੁਰੂ ਸਾਡੇ ਲਈ ਗੰਗਾ ਹੈ ਤੇ ਸਾਡਾ ਜੀਵਨ ਚਿੱਕੜ ਵਰਗਾ ਹੈ, ਟੋਬਿਆਂ ਵਰਗਾ ਹੈ, ਗਲੀਆਂ ਨਾਲਿਆਂ ਵਰਗਾ ਹੈ। ਤੇ ਜਦੋਂ ਸਤ ਸੰਗਤ ਦੇ ਵਹਿਣ ਨਾਲ ਮਿਲ ਕੇ ਸਾਡੇ ਵਰਗੇ ਮਲੀਨ ਵੀ ਨਾਲ ਤੁਰ ਪੈਣਗੇ ਤੇ ਗੁਰੂ ਗੰਗਾ ਵਿੱਚ ਮਿਲ ਕੇ ਸਾਡਾ ਜੀਵਨ ਵੀ ਪਵਿੱਤਰ ਹੋ ਜਾਵੇਗਾ। ਜਿਵੇਂ ਭਗਤ ਰਵਿਦਾਸ ਜੀ ਨੇ ਵੀ ਉਦਾਹਰਨ ਦਿੱਤੀ ਹੈ ਕਿ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨਗ। ਜਦੋਂ ਉਹਨਾਂ ਨੇ ਉਦਾਹਰਨ ਦਿੱਤੀ ਕਿ ਗੰਗਾ ਦੇ ਜਲ ਤੋਂ
ਕੋਈ ਸ਼ਰਾਬ ਬਣਾ ਕੇ ਕਵੇ ਤੇ ਪ੍ਰਭੂ ਪਿਆਰੇ ਉਹਨੂੰ ਮਾਨਤਾ ਨਹੀਂ ਦੇਣਗੇ। ਭਾਵ ਕੋਈ ਉੱਚੀ ਕੁੱਲ ਵਿੱਚ, ਕੋਈ ਚੰਗੇ ਘਰਾਣੇ ਵਿੱਚ ਪੈਦਾ ਹੋ ਕੇ ਮਾੜਾ ਕੰਮ ਕਰੇ ਤੇ ਉਹਨੂੰ ਮਾੜਾ ਹੀ ਕਹਿਣਾ ਪਵੇਗਾ। ਤੇ ਦੂਸਰੇ ਪਾਸੇ ਜੇ ਕਿਤੇ ਮਾਨੋ ਦੁਨਿਆਵੀ ਤੌਰ ਤੇ ਕੋਈ ਆਮ ਪਾਣੀ ਹੈ ਤੇ ਉਹਨੂੰ ਤੁਸੀਂ ਜਾ ਕੇ ਗੰਗਾ ਦੇ ਵਿੱਚ ਮਿਲਾ ਦਿਓ ਤੇ ਉਹ ਗੰਗਾ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦਾ ਹੈ, ਉਹਨੂੰ ਗੰਗਾ ਤੋਂ ਵੱਖ ਨਹੀਂ ਕਿਹਾ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉਦਾਹਰਨ ਦਿੱਤੀ ਹੈ, ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ, ਗੰਗਾ ਵਿੱਚ ਮਿਲ ਕੇ ਉਹ ਪਵਿੱਤਰ ਪਾਵਨ ਗੰਗਾ ਦਾ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਪਵਿੱਤਰ ਜਲ ਦਾ ਸੋਮਾ ਹੈ ਤੇ ਜਦੋਂ ਸਤ ਸੰਗਤ ਦੇ ਵਹਿਣ ਵਿੱਚ ਆ ਕੇ ਅਸੀਂ ਵੀ ਨਾਲ ਤੁਰਾਂਗੇ ਤੇ ਸਾਡਾ ਵੀ ਉਧਾਰ ਹੋਵੇਗਾ, ਅਸੀਂ ਵੀ ਜਾ ਕੇ ਪ੍ਰਮਾਤਮਾ ਨੂੰ ਮਿਲ ਲਵਾਂਗੇ, ਪ੍ਰਭੂ ਨਾਲ ਲੀਨ ਹੋ ਜਾਵਾਂਗੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸਨਾ ਭੁਖ ਉਤਰੈ, ਹਰ ਸਾਤ ਤੜ ਆਵੈ। ਇਹ ਵਡਿਆਈ ਹੈ ਸੱਚੇ ਸਤਿਗੁਰੂ ਵਿੱਚ, ਜਿਹੜਾ ਨਿਰਵੈਰ ਹੈ, ਜਿਹਨੂੰ ਮਿਲਣ ਦੇ ਨਾਲ ਤ੍ਰਿਸ਼ਨਾ ਭੁੱਖ ਸਾਰੀ ਉਤਰ ਜਾਂਦੀ ਹੈ। ਹਰ ਸ਼ਾਂਤ ਤੜ ਆਵੈ, ਤੁਰੰਤ ਤਤਕਾਲ, ਇਮੀਡੀਏਟ, ਭਾਵ ਉਸੇ ਵੇਲੇ ਹੀ ਮਨ ਦੇ ਅੰਦਰ ਸ਼ਾਂਤੀ ਟਿਕਾ ਬਣ ਜਾਂਦਾ ਹੈ, ਮਨ ਦੇ ਅੰਦਰ ਤ੍ਰਿਪਤ, ਮਨ ਦੇ ਅੰਦਰ ਸੰਤੋਖ ਆ ਜਾਂਦਾ ਹੈ। ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ, ਜੇ ਸਤਿਗੁਰੂ ਨੋ ਮੰਨੈ ਸੋ ਸਭਨਾ ਭਾਵੈ ਸੁਧ। ਸਭ ਕਹਿ ਰਹੇ ਨੇ, ਹੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ, ਮੇਰੇ ਸੱਚੇ ਸਾਹਿਬ ਦਾ ਇਹ ਹੈਰਾਨੀਜਨਕ ਕੌਤਕ ਦੇਖੋ, ਜਿਹੜਾ ਅੰਦਰ ਨੂੰ ਵਿਸਮਾਦਿਤ ਕਰਨ ਵਾਲਾ ਹੈ। ਉਹ ਕੀ ਹੈ ਅਚਰਜ ਕੌਤਕ? ਕਿ ਜਿਹੜਾ ਮੇਰੇ ਸਤਿਗੁਰੂ ਨੂੰ ਮੰਨ ਲੈਂਦਾ ਹੈ, ਭਾਵ ਜਿਹੜਾ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਸੋ ਸਭਨਾ ਭਾਵੈ, ਉਹ ਫਿਰ ਸਭਨਾ ਨੂੰ ਭਾਉਣ ਲੱਗ ਪੈਂਦਾ, ਸਾਰਿਆਂ ਨੂੰ ਚੰਗਾ ਲੱਗਣ ਲੱਗ ਪੈਂਦਾ। ਜਿਹੜਾ ਮੇਰੇ ਵਾਹਿਗੁਰੂ ਨੂੰ, ਜਿਹੜਾ ਮੇਰੇ ਸਤਿਗੁਰੂ ਨੂੰ ਚੰਗਾ ਲੱਗਿਆ, ਉਹ ਫਿਰ ਸਾਰੇ ਸੰਸਾਰ ਨੂੰ ਚੰਗਾ ਲੱਗਦਾ, ਕਿਉਂਕਿ ਪ੍ਰਮਾਤਮਾ ਵੀ ਆਖਦਾ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਗੱਲਾਂ ਹੀ ਨੇ ਜਿਹੜਾ ਭਗਤ ਰਵਿਦਾਸ ਜੀ ਨੇ ਕਿਹਾ ਨਾ, ਵੀ ਕਾਰਨ ਕਵਨ ਅਬੋਲ, ਤੂੰ ਤਾਂ ਸਾਡੇ ਨਾਲ ਆਹ ਗੱਲਾਂ ਕਰਨੀਆਂ ਸੀ, ਸਾਨੂੰ ਕਹਿਣਾ ਸੀ ਆਪਾ ਸਵਾਰ ਲਓ, ਆਪਾ ਸਵਾਰੋਗੇ ਤੇ ਮੈਂ ਮਿਲਾਂਗਾ, ਜਦੋਂ ਮੈਂ ਮਿਲਾਂਗਾ ਫਿਰ ਸੁੱਖ ਹੋਵੇਗਾ, ਤੇ ਜੇ ਤੂੰ ਸੱਚਮੁੱਚ ਮੇਰਾ ਹੋ ਜਾਵੇਂ ਤੇ ਸਾਰਾ ਜਗਤ ਤੇਰਾ ਹੋ ਜਾਵੇਗਾ। ਆਹ ਜਿਹੜੀਆਂ ਗੱਲਾਂ ਤੇਰੇ ਨਾਲ ਕਰਨੀਆਂ ਨੇ ਕਰ, ਤੂੰ ਸਾਨੂੰ ਪੁੱਛ, ਸਾਨੂੰ ਬੁਲਾ, ਸਾਡੇ ਨਾਲ ਗੱਲਬਾਤ ਕਰ, ਸਾਡਾ ਤੇਰੇ ਨਾਲ ਅਕੂਣਾ ਨਹੀਂ, ਸਾਡੀ ਤੇਰੇ ਨਾਲ ਸੇ ਹੋਵੇ, ਭਾਵ ਗੱਲਬਾਤ ਹੋਵੇ, ਅਸੀਂ ਤੁਹਾਡੇ ਨਾਲ ਬੋਲਦੇ ਰਹੀਏ, ਅਸੀਂ ਤੁਹਾਡੇ ਤੋਂ ਦੂਰ ਨਾ ਜਾਈਏ। ਤੇ ਸਤਿਗੁਰੂ ਜੀ ਨੇ ਜੋ 13ਵੀਂ ਪੌੜੀ ਹੈ, 13 ਨੰਬਰ ਤੋਂ ਬਾਅਦ 1 ਨੰਬਰ ਪਾ ਕੇ, ਕਿ ਇਹ ਸਮੁੱਚੀ 13 ਪੌੜੀਆਂ ਦੀ ਇੱਕ ਬਾਣੀ ਹੈ, ਸਮੁੱਚੀ ਵਾਰ। ਤੇ ਸ਼ੁੱਧ ਭਾਈ ਗੁਰਦਾਸ ਜੀ ਨੂੰ ਜਦੋਂ ਸਤਿਗੁਰਾਂ ਨੇ ਰਾਮਸਰ ਸਾਹਿਬ ਦੇ ਸਥਾਨ ਤੇ ਲਿਖਾਰੀ ਲਾਇਆ ਸੀ, ਤੇ ਸਾਹਿਬ ਜੀ ਨੇ ਹੁਕਮ ਕੀਤਾ ਸੀ, ਸਾਚੀ ਮੇਲੋ ਕਾਚੀ ਪੇਲੋ। ਤੇ ਜਦੋਂ ਜਿਹੜੀ ਮੂਲ ਵਾਰ ਸੀ ਉਹਦੇ ਨਾਲ ਮਿਲਾਨ ਕਰਕੇ ਤੇ ਉਹਨੂੰ ਸ਼ੁੱਧ ਰੂਪ ਦੇ ਵਿੱਚ ਲਿਖਿਆ ਜਾਂਦਾ ਸੀ, ਤੇ ਉੱਥੇ ਭਾਈ ਗੁਰਦਾਸ ਜੀ ਨੇ ਫਿਰ ਸਤਿਗੁਰਾਂ ਵੱਲੋਂ ਦਿੱਤੇ ਹੋਏ ਸੰਕੇਤ ਲਿਖੇ ਨੇ, ਸ਼ੁੱਧ ਜਾਂ ਸ਼ੁੱਧ ਕੀਚੈ, ਭਾਵ ਮੂਲ ਵਾਰ ਦੇ ਨਾਲ ਮਿਲਾ ਕੇ ਇਹਨੂੰ ਸ਼ੁੱਧ ਕਰਕੇ ਲਿਖ ਦਿੱਤਾ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਮੁਖ ਵਾਕ ਅਤੇ ਪਾਵਨ ਗੁਰ ਸ਼ਬਦ ਜੋ ਲੜੀਵਾਰ ਗੁਰਬਾਣੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੱਲ ਨੂੰ ਇੱਕ ਹਾਜ਼ਰੀ ਹੋਰ ਹੈ, ਗੁਰੂ ਨਾਨਕ ਜੋਤ ਦੇ 10ਵੇਂ ਵਾਰਸ ਸਾਹਿਬੇ ਕਮਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੱਲ ਨੂੰ ਪ੍ਰਕਾਸ਼ ਗੁਰਪੁਰਬ ਵੀ ਹੈ। ਸੋ ਕੱਲ ਨੂੰ ਵੀ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਜੋ ਤੁਕਾਂ ਹਨ, ਉਹਨਾਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸਨਾ ਭੁਖ ਉਤਰੈ, ਹਰ ਸਾਤ ਤੜ ਆਵੈ।
ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ। ਜੇ ਸਤ ਗੁਰੂ ਨੋ ਮੰਨੈ ਸੋ ਸਭਨਾ ਭਾਵੈ। ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।